ਗੁੱਡ ਮਾਰਨਿੰਗ ਫਰੈਂਡਸ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਕੇ ਫੈਨ ਦੇ ਵਿੱਚ। ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਕਰੰਟ ਅਫੇਅਰਸ 28 ਜਨਵਰੀ 2021 ਦੇ। ਹਰ ਰੋਜ਼ ਸਵੇਰੇ 7 ਵਜੇ ਇਸ ਤਰ੍ਹਾਂ ਮੈਂ ਤੁਹਾਡੇ ਲਈ ਡੇਲੀ ਕਰੰਟ ਅਫੇਅਰਸ ਦੀ ਵੀਡੀਓ ਸਾਡੇ YouTube ਚੈਨਲ ਜੀਕੇ ਫੈਨ ਦੇ ਉੱਪਰ ਅਪਲੋਡ ਕਰਦਾ। ਜਿਹੜੇ ਵੀ ਸਟੂਡੈਂਟਸ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਾਡੇ ਜੀਕੇ ਫੈਨ YouTube ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਾਰੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਔਰ ਕੱਲ੍ਹ ਜਿਹੜੀ 27 ਜਨਵਰੀ 2021 ਦੀ ਵੀਡੀਓ ਰਹਿ ਗਈ ਸੀ ਅਪਲੋਡ ਕਰਨੀ, ਆਈ ਐਮ ਰੀਅਲੀ ਵੈਰੀ ਸੋਰੀ। ਅੱਗੇ ਤੋਂ ਇਸ ਤਰ੍ਹਾਂ ਕਦੇ ਨਹੀਂ ਹੋਏਗਾ ਕਿ ਵੀਡੀਓ ਨਾ ਅਪਲੋਡ ਹੋਵੇ। ਮੈਂ ਕੋਸ਼ਿਸ਼ ਕਰੂੰਗਾ ਕਿ ਡੇਲੀ ਹੀ ਅਪਲੋਡ ਹੁੰਦੀ ਰਹੇ। ਚਲਿਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ, ਇੱਕ ਛੋਟੀ ਜਿਹੀ ਕਰੈਕਸ਼ਨ ਹੈ ਜੀ, ਉਸ ਨੂੰ ਵੀ ਤੁਸੀਂ ਅਪਡੇਟ ਕਰ ਲਓ। ਮੈਂ ਤੁਹਾਨੂੰ ਕਰਵਾਇਆ ਸੀ ਕਿ ਸਾਡੇ ਯੂਨੀਅਨ ਟੈਰੀਟਰੀਜ਼ ਹੈਗੇ ਨੇ 9 ਹੁਣ, ਠੀਕ ਹੈ ਜੀ, ਪਰ 9 ਨਹੀਂ ਹੈਗੀਆਂ 8 ਨੇ, ਠੀਕ ਹੈ ਜੀ। ਜੰਮੂ ਕਸ਼ਮੀਰ ਅਤੇ ਲਦਾਖ ਦੋਨੋਂ ਯੂਟੀ ਨੂੰ ਮਿਲਾ ਕੇ ਹੁਣ ਜਿਹੜੀਆਂ ਸਾਡੀਆਂ ਨਵੀਆਂ ਯੂਨੀਅਨ ਟੈਰੀਟਰੀਜ਼ ਹੈਗੇ ਨੇ ਉਹ ਹੈਗੇ ਜੀ 8, ਠੀਕ ਹੈ। ਸਟੇਟਸ ਕਿੰਨੇ ਨੇ ਸਾਡੀਆਂ 28। ਔਰ ਜਿਹੜੀ ਮੈਨੂੰ ਮਿਸਟੇਕ ਕਿੱਥੇ ਹੋਈ ਸੀ, ਮੈਂ ਤੁਹਾਨੂੰ ਇਹ ਸੈਪਰੇਟਲੀ ਕਰਾਤਾ ਸੀ ਕਿ ਦਾਦਰਾ ਐਂਡ ਨਗਰ ਹਵੇਲੀ ਅਤੇ ਦਮਨ ਦੀਊ, ਠੀਕ ਹੈ। ਆਪਾਂ ਇਹਨਾਂ ਨੂੰ ਅੱਡ ਅੱਡ ਲਿਖ ਲਿਆ ਸੀਗਾ, ਪਰ ਇਹ ਇੱਕੋ ਹੀ ਯੂਨੀਅਨ ਟੈਰੀਟਰੀ ਹੈ, ਠੀਕ ਹੈ। ਇਹ ਜਿਹੜਾ ਮੈਂ ਕੋਈ ਵੀ ਡਾਟਾ ਕਲੈਕਟ ਕਰਦਾ ਅਲੱਗ-ਅਲੱਗ ਵੈਬਸਾਈਟ ਦੇ ਉੱਪਰੋਂ ਕੀ ਹੈ ਕਲੈਕਟ ਕਰਦਾ ਹੁੰਦਾ, ਉੱਥੇ ਹੀ ਇਹ ਗਲਤ ਦਿੱਤਾ ਹੋਇਆ ਸੀ ਕਿ ਉੱਥੇ 9 ਯੂਨੀਅਨ ਟੈਰੀਟਰੀਜ਼ ਦਿੱਤਾ ਹੋਇਆ ਸੀ, ਠੀਕ ਹੈ। ਇਸ ਨੂੰ ਪਲੀਜ਼ ਕਰੈਕਟ ਕਰ ਲਿਓ। ਦਾਦਰਾ ਐਂਡ ਨਗਰ ਹਵੇਲੀ ਅਤੇ ਦਮਨ ਦੀਊ ਇਹ ਇੱਕੋ ਹੀ ਯੂਨੀਅਨ ਟੈਰੀਟਰੀ ਹੈ, ਠੀਕ ਹੈ। ਸਾਡੀਆਂ ਟੋਟਲ ਹੈਗੀਆਂ ਨੇ ਹੁਣ 8 ਯੂਨੀਅਨ ਟੈਰੀਟਰੀਜ਼। 8 ਦੇਖ ਲਓ ਜੀ। ਪਹਿਲਾਂ ਹੈਗੀ ਜੀ ਅੰਡੇਮਾਨ ਨਿਕੋਬਾਰ, ਸੈਕਿੰਡ ਚੰਡੀਗੜ੍ਹ, ਥਰਡ ਹੈਗੀ ਦਾਦਰਾ ਨਗਰ ਐਂਡ ਹਵੇਲੀ ਐਂਡ ਦਮਨ ਦੀਊ, ਠੀਕ ਹੈ। ਚੌਥੀ ਦਿੱਲੀ, ਪੰਜਵੀਂ ਹੈਗੀ ਸਾਡੀ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ, 6ਵੀਂ ਲਦਾਖ, 7ਵੀਂ ਲਕਸ਼ਦੀਪ ਔਰ 8ਵੀਂ ਹੈਗੀ ਪੁਡੂਚੇਰੀ, ਠੀਕ ਹੈ ਜੀ। ਇਹ ਜਸਟ ਆਪਾਂ ਇੱਥੇ ਕਾਊਂਟਿੰਗ ਵਾਸਤੇ ਲਿਖਿਆ ਹੈ ਕਿ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਸੀਰੀਅਲ ਆਰਡਰ ਦੇ ਵਿੱਚ ਹੀ ਯਾਦ ਕਰਨਾ ਹੈ। ਜਿਸ ਤਰ੍ਹਾਂ ਤੁਹਾਨੂੰ ਯਾਦ ਰਹਿ ਸਕਦਾ ਤੁਸੀਂ ਉਸ ਤਰ੍ਹਾਂ ਹੀ ਯਾਦ ਕਰ ਸਕਦੇ ਹੋ, ਠੀਕ ਹੈ ਜੀ। ਦੇਖਦੇ ਹਾਂ ਅੱਜ ਦਾ ਪਹਿਲਾ ਕੁਐਸਚਨ। ਸਭ ਤੋਂ ਪਹਿਲਾ ਕੁਐਸਚਨ ਹੈਗਾ ਜੀ, ਵਿਚ ਟੈਕਨੋਲੋਜੀ ਮੇਜਰ ਹੈਜ਼ ਅਨਾਊਂਸਡ ਟੂ ਲਾਂਚ ਵਰਚੁਅਲ ਪ੍ਰਾਈਵੇਟ ਨੈਟਵਰਕ ਸਰਵਿਸ ਫॉर ਦ ਕੰਜ਼ਿਊਮਰਸ, ਠੀਕ ਹੈ। ਕਹਿੰਦੇ ਕਿਹੜੀ ਜਿਹੜੀ ਟੈਕਨੋਲੋਜੀ ਦੀ ਕੰਪਨੀ ਹੈ ਜਿਨ੍ਹਾਂ ਨੇ ਕਿ VPN ਅਨਾਊਂਸ ਕੀਤਾ ਹੈ ਫॉर ਦ ਕੰਜ਼ਿਊਮਰਸ, ਠੀਕ ਹੈ। VPN ਅਨਾਊਂਸ ਕੀਤਾ ਜੀ ਗੂਗਲ ਨੇ, ਠੀਕ ਹੈ। ਗੂਗਲ ਸਾਰਿਆਂ ਨੂੰ ਪਤਾ ਜਿਸ ਦੇ ਉੱਪਰ ਆਪਾਂ ਸਰਚ ਕਰਦੇ ਹਾਂ। ਇਹ ਇੱਕ ਸਰਚ ਇੰਜਨ ਹੈ, ਠੀਕ ਹੈ। ਗੂਗਲ ਕੀ ਹੈ? ਸਰਚ ਇੰਜਨ ਹੈ ਜਿਸ ਦੇ ਉੱਪਰ ਕੋਈ ਵੀ ਇਨਫੋਰਮੇਸ਼ਨ ਅਸੀਂ ਸਰਚ ਕਰ ਸਕਦੇ ਹਾਂ। ਔਰ VPN ਕੀ ਹੁੰਦਾ? VPN ਕੀ ਹੁੰਦਾ? ਇੱਕ ਵਰਚੁਅਲ ਪ੍ਰਾਈਵੇਟ ਨੈਟਵਰਕ ਕ੍ਰੀਏਟ ਕੀਤਾ ਹੁੰਦਾ। ਅਗਰ ਤੁਸੀਂ ਇਹ VPN ਸੋਫਟਵੇਅਰ ਯੂਜ਼ ਕਰਦੇ ਹੋ ਤਾਂ ਤੁਸੀਂ ਆਪਣੀ ਲੋਕੇਸ਼ਨ ਵਗੈਰਾ ਵੀ ਚੇਂਜ ਕਰ ਸਕਦੇ ਹੋ। ਉਸ ਦੇ ਵਿੱਚ ਕੀ ਹੈ, ਤੁਸੀਂ ਲੋਕੇਸ਼ਨ ਦੇ ਲਈ ਅਲੱਗ-ਅਲੱਗ ਕੰਟਰੀਜ਼ ਦੇ ਨਾਮ ਦਿੱਤੇ ਹੋਣਗੇ। ਅਗਰ ਤੁਸੀਂ ਉਸ ਦੇ ਵਿੱਚ ਕੰਟਰੀ ਚੇਂਜ ਕਰ ਲੈਂਦੇ ਹੋ ਤਾਂ ਇੰਟਰਨੈੱਟ ਦੇ ਉੱਪਰ ਤੁਹਾਡੀ ਕੀ ਹੈ ਲੋਕੇਸ਼ਨ ਚੇਂਜ ਹੋ ਜਾਏਗੀ, ਠੀਕ ਹੈ। ਔਰ ਜਿਹੜੇ ਕੋਈ ਹੈਕਰਸ ਵਗੈਰਾ ਹੁੰਦੇ ਉਹ ਵੀ ਇਸ VPN ਸੋਫਟਵੇਅਰ ਵਗੈਰਾ ਨੂੰ ਯੂਜ਼ ਕਰਦੇ ਨੇ ਔਰ ਆਪਣੀ ਜਿਹੜੀ ਕੰਟਰੀ ਦੀ ਲੋਕੇਸ਼ਨ ਹੈ ਉਹ ਚੇਂਜ ਕਰ ਲੈਂਦੇ ਨੇ। ਇਸ ਕਰਕੇ ਉਹਨਾਂ ਨੂੰ ਟਰੈਕ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ, ਠੀਕ ਹੈ ਜੀ। ਹੁਣ ਸਾਰਿਆਂ ਨੂੰ ਪਤਾ ਕਿ ਜਿਹੜੀ ਇੰਡੀਅਨ ਗੌਰਮੈਂਟ ਆ ਉਹਨੇ PUBG ਗੇਮ ਨੂੰ ਬੈਨ ਕਰ ਦਿੱਤਾ ਸੀਗਾ, ਜਿਹੜੀ ਇੰਡੀਆ ਦੇ ਵਿੱਚ ਚੱਲਦੀ ਨਹੀਂ ਹੈਗੀ, ਪਰ ਕਈ ਯੂਜ਼ਰਸ ਚਲਾ ਰਹੇ ਨੇ, ਠੀਕ ਹੈ। ਕਿ ਕਈ ਬੰਦੇ ਖੇਡਦੇ ਨੇ ਹਜੇ ਵੀ PUBG। ਕਿਸ ਤਰ੍ਹਾਂ ਖੇਡ ਲੈਂਦੇ ਨੇ? ਕਿਉਂਕਿ ਉਹਨਾਂ ਨੇ ਕਿ VPN ਦਾ ਸੋਫਟਵੇਅਰ ਆਪਦੇ ਮੋਬਾਈਲ ਦੇ ਵਿੱਚ ਇੰਸਟਾਲ ਕੀਤਾ ਹੁੰਦਾ ਔਰ ਆਪਦੀ ਕੰਟਰੀ ਦੀ ਲੋਕੇਸ਼ਨ ਚੇਂਜ ਕਰ ਲੈਂਦੇ ਨੇ, ਠੀਕ ਹੈ। ਬੈਨ ਤਾਂ ਇਕੱਲੀ ਇੰਡੀਆ ਦੇ ਵਿੱਚ ਹੋਈ ਹੈ। ਅਗਰ ਤੁਸੀਂ ਕੋਈ ਹੋਰ ਕੰਟਰੀ ਯੂਜ਼ ਕਰਦੇ ਹੋ ਜਿੱਥੇ ਕੋਈ ਬੈਨ ਨਹੀਂ ਹੈਗੀ, ਠੀਕ ਹੈ, ਉਸ ਨਾਲ ਤੁਹਾਡੀ ਲੋਕੇਸ਼ਨ ਚੇਂਜ ਹੋ ਜਾਏਗੀ ਅਤੇ ਤੁਸੀਂ PUBG ਜਿਹੜੀ ਗੇਮ ਸੀਗੀ ਉਹ ਈਜ਼ੀਲੀ ਆਪਣੇ ਮੋਬਾਈਲ ਫੋਨ ਦੇ ਉੱਪਰ ਖੇਡ ਲੈਂਦੇ ਸੀ, ਠੀਕ ਹੈ। ਹੁਣ ਗੂਗਲ ਬਾਰੇ ਵੀ ਕੁਝ ਆਪਾਂ ਇੰਪੋਰਟੈਂਟ ਪੁਆਇੰਟਸ ਦੇਖ ਲੈਂਦੇ ਹਾਂ। ਗੂਗਲ ਦੇ CEO ਕੌਣ ਨੇ? ਉਹਨਾਂ ਦਾ ਨਾਮ ਹੈਗਾ ਜੀ ਸੁੰਦਰ ਪਿਚਈ, ਠੀਕ ਹੈ ਜੀ। ਸੁੰਦਰ ਪਿਚਈ ਇਹ ਹੈਗੇ ਨੇ ਗੂਗਲ ਦੇ CEO ਮੀਨਸ ਹੁੰਦਾ ਚੀਫ ਐਗਜ਼ੀਕਿਊਟਿਵ ਆਫਿਸਰ, ਠੀਕ ਹੈ। ਇਹ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਸਕਰੀਨ ਦੇ ਉੱਪਰ। ਇਹ ਨੇ ਜੀ ਸੁੰਦਰ ਪਿਚਈ। ਔਰ ਗੂਗਲ ਬਣਿਆ ਕਦੋਂ ਸੀ? ਇਹ ਬਣਿਆ ਜੀ 4 ਸਤੰਬਰ 1998 ਦੇ ਵਿੱਚ, ਠੀਕ ਹੈ। 4 ਸਤੰਬਰ 1998 ਦੇ ਵਿੱਚ ਬਣਿਆ। ਜਗ੍ਹਾ ਦਾ ਨਾਮ ਹੈਗਾ ਮੈਨਲੋ ਪਾਰਕ, ਕੈਲੀਫੋਰਨੀਆ, US ਦਾ ਮਤਲਬ ਹੁੰਦਾ ਅਮਰੀਕਾ, ਠੀਕ ਹੈ। ਯੂਨਾਈਟਿਡ ਸਟੇਟਸ ਆਫ ਅਮਰੀਕਾ, ਠੀਕ ਹੈ। ਕਈ ਵਾਰੀ ਪੂਰਾ ਲਿਖਿਆ ਹੁੰਦਾ USA, ਕਈ ਵਾਰੀ ਯੂਨਾਈਟਿਡ ਸਟੇਟਸ ਹੀ ਲਿਖਿਆ ਹੁੰਦਾ। ਔਰ ਜਿਹੜੀ ਗੂਗਲ ਕੰਪਨੀ ਹੈ ਇਸ ਦੀ ਪੇਰੈਂਟ ਕੰਪਨੀ ਕਿਹੜੀ ਹੈ, ਠੀਕ ਹੈ। ਇਸ ਦੀ ਪੇਰੈਂਟ ਕੰਪਨੀ ਦਾ ਨਾਮ ਹੈਗਾ ਅਲਫਾਬੈਟ, ਠੀਕ ਹੈ ਜੀ। ਗੂਗਲ ਦੀ ਪੇਰੈਂਟ ਕੰਪਨੀ ਕਿਹੜੀ ਹੈ? ਅਲਫਾਬੈਟ। ਜਿਹੜੀ ਅਲਫਾਬੈਟ ਕੰਪਨੀ ਉਹਦਾ ਇੱਕ ਛੋਟਾ ਜਿਹਾ ਪ੍ਰੋਡਕਟ ਹੈ ਜੀ ਗੂਗਲ, ਠੀਕ ਹੈ ਜੀ। ਔਰ ਗੂਗਲ ਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਨੇ? ਨੀਅਰ ਅਬਾਊਟ 1,32,121, ਠੀਕ ਹੈ ਜੀ। 132,121, ਠੀਕ ਹੈ ਜੀ। 1,32,121 ਬੰਦੇ, ਇੰਨੇ ਬੰਦੇ ਕਿ ਗੂਗਲ ਨੇ ਅਪੁਆਇੰਟ ਕੀਤੇ ਹੋਏ ਨੇ। ਇਹ ਡਾਟਾ ਹੈਗਾ ਜੀ 2020 ਦਾ। ਇਹਨਾਂ ਦੇ ਕੁਝ ਹੋਰ ਪ੍ਰੋਡਕਟ ਵੀ ਨੇ, ਦੇਖ ਲਓ ਅਲਫਾਬੈਟ ਦੇ। ਜਿਹੜੀ ਅਲਫਾਬੈਟ ਕੰਪਨੀ ਹੈ ਉਸ ਦਾ ਹੀ ਜਿਸ ਤਰ੍ਹਾਂ YouTube ਪ੍ਰੋਡਕਟ ਹੈ, ਗੂਗਲ ਫਿਟਬੈਟ, YouTube TV, ਫਾਇਰਬੇਸ, ਇਸ ਤਰ੍ਹਾਂ ਬਹੁਤ ਸਾਰੇ ਪ੍ਰੋਡਕਟਸ ਨੇ, ਠੀਕ ਹੈ, ਅਲਫਾਬੈਟ ਕੰਪਨੀ ਦੇ। ਇਹਦੇ ਵਿੱਚ ਸਾਰਿਆਂ ਨਾਲੋਂ ਜਿਹੜਾ ਮੋਸਟ ਫੇਮਸ ਹੈ ਉਹ ਹੈਗਾ ਜੀ ਗੂਗਲ, ਠੀਕ ਹੈ। Gmail ਵੀ ਇਹਨਾਂ ਦਾ ਹੀ ਪ੍ਰੋਡਕਟ ਹੈ। ਔਰ
ਇਹਦੇ ਫਾਊਂਡਰ ਕੌਣ ਨੇ? ਗੂਗਲ ਦੇ ਫਾਊਂਡਰ ਜ਼ਰੂਰ ਪੁੱਛ ਲੈਂਦੇ ਹੁੰਦੇ, ਠੀਕ ਹੈ। ਸੋ ਕੰਪਿਊਟਰ ਸਾਇੰਸ ਦਾ ਕੁਐਸਚਨ ਹੈ ਵੈਸੇ ਤਾਂ ਇਹ। ਸੋ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ, ਜਿਹੜਾ ਗੂਗਲ ਬਣਾਇਆ ਸੀ ਇਸ ਦੇ ਫਾਊਂਡਰਸ ਕੌਣ ਨੇ, ਠੀਕ ਹੈ। ਇਸ ਦੇ 2 ਪਰਸਨ ਨੇ, ਠੀਕ ਹੈ। ਦੋਨਾਂ ਦੇ ਨਾਮ ਜ਼ਰੂਰ ਯਾਦ ਰੱਖਣਾ ਹੈ। ਫਸਟ ਦਾ ਹੈਗਾ ਲੈਰੀ ਪੇਜ ਐਂਡ ਸੈਕਿੰਡ ਹੈਗਾ ਜੀ ਸਰਜੇ ਬ੍ਰਿਨ, ਠੀਕ ਹੈ। ਲੈਰੀ ਪੇਜ ਐਂਡ ਸਰਜੇ ਬ੍ਰਿਨ ਇਹ ਦੋਨੋਂ ਹੈਗੇ ਨੇ ਜੀ ਫਾਊਂਡਰ ਆਫ ਗੂਗਲ, ਠੀਕ ਹੈ। ਸੋ ਇਹ ਕੁਐਸਚਨ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਔਰ ਗੂਗਲ ਦੇ CEO ਕੌਣ ਨੇ? ਸੁੰਦਰ ਪਿਚਈ। ਸੋ ਦੇ ਨੈਕਸਟ ਕੁਐਸਚਨ ਹੈਗਾ ਜੀ, ਵਿਚ ਬੋਡੀ ਹੈਜ਼ ਸਬਮਿਟਡ ਇਟਸ ਰਿਪੋਰਟ ਟੂ ਇੰਡੀਅਨ ਪ੍ਰੈਜ਼ੀਡੈਂਟ ਔਨ 9 ਨਵੰਬਰ, ਠੀਕ ਹੈ ਜੀ। ਸੋ ਕਿਹੜੀ ਬੋਡੀ ਹੈ ਜਿਸ ਨੇ ਕਿ ਆਪਦੀ ਰਿਪੋਰਟ ਸਬਮਿਟ ਕੀਤੀ ਹੈ ਸਾਡੇ ਪ੍ਰੈਜ਼ੀਡੈਂਟ ਨੂੰ? ਸਾਡੇ ਪ੍ਰੈਜ਼ੀਡੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ, ਸਾਡੇ ਪ੍ਰੈਜ਼ੀਡੈਂਟ ਕੌਣ ਨੇ ਜੀ? ਰਾਮਨਾਥ ਕੋਵਿੰਦ, ਠੀਕ ਹੈ ਜੀ। ਸਾਡਾ PM ਹੈਗਾ ਨਰਿੰਦਰ ਮੋਦੀ, ਤਾਂ ਸਾਰਿਆਂ ਨੂੰ ਪਤਾ ਹੀ। ਸੋ ਪ੍ਰੈਜ਼ੀਡੈਂਟ ਹੈਗਾ ਰਾਮਨਾਥ ਕੋਵਿੰਦ, ਠੀਕ ਹੈ। ਸੋ ਇਹ ਮੈਂ ਫੋਟੋ ਦਿਖਾ ਦੇਣਾ। ਸੋ ਹੈਗਾ ਰਾਮਨਾਥ ਕੋਵਿੰਦ। ਸੋ ਕਿਹੜੀ ਬੋਡੀ ਹੈ ਜਿਸ ਨੇ ਕੀ ਹੈ ਆਪਦੀ ਰਿਪੋਰਟ ਸਬਮਿਟ ਕੀਤੀ ਹੈ ਇੰਡੀਅਨ ਪ੍ਰੈਜ਼ੀਡੈਂਟ ਨੂੰ? ਸੋ ਹੈਗਾ ਜੀ ਫਾਈਨਾਂਸ ਕਮਿਸ਼ਨ, ਠੀਕ ਹੈ ਜੀ। ਸੋ ਹੁਣ ਕਿੰਨਵਾਂ ਫਾਈਨਾਂਸ ਕਮਿਸ਼ਨ ਚੱਲ ਰਿਹਾ? ਇਹ ਸਾਡਾ ਚੱਲ ਰਿਹਾ ਜੀ 15ਵਾਂ ਫਾਈਨਾਂਸ ਕਮਿਸ਼ਨ, ਠੀਕ। ਸੋ ਜਿਹੜਾ 15ਵਾਂ ਫਾਈਨਾਂਸ ਕਮਿਸ਼ਨ ਆ ਉਸਨੇ ਆਪਦੀ ਰਿਪੋਰਟ ਸਬਮਿਟ ਕੀਤੀ ਸਾਡੇ ਪ੍ਰੈਜ਼ੀਡੈਂਟ ਨੂੰ ਰਾਮਨਾਥ ਕੋਵਿੰਦ ਨੂੰ, ਠੀਕ ਹੈ ਜੀ। ਸੋ ਕਾਹਦੇ ਵਾਸਤੇ ਬਣਿਆ ਹੁੰਦਾ ਹੈ ਫਾਈਨਾਂਸ ਕਮਿਸ਼ਨ? ਇਹਦੇ ਬਾਰੇ ਦੇਖ ਲੈਂਦੇ ਹਾਂ। ਜਿਹੜਾ 15th ਫਾਈਨਾਂਸ ਕਮਿਸ਼ਨ ਹੈ, ਇਟ ਇਜ਼ ਆ ਇੰਡੀਅਨ ਫਾਈਨਾਂਸ ਕਮਿਸ਼ਨ ਕੌਂਸਟੀਟਿਊਟਡ ਇਨ 27 ਨਵੰਬਰ 2017, ਠੀਕ ਹੈ ਜੀ। ਸੋ 27 ਨਵੰਬਰ 2017 ਨੂੰ ਬਣਿਆ। ਇਹਦਾ ਮੇਨ ਕੰਮ ਕੀ ਹੈ? ਟੂ ਗਿਵ ਰਿਕਮੈਂਡੇਸ਼ਨਸ ਫॉर ਡੈਵੋਲੂਸ਼ਨ ਆਫ ਟੈਕਸਸ ਐਂਡ ਅਦਰ ਫਿਸਕਲ ਮੈਟਰਸ ਫॉर 5 ਫਿਸਕਲ ਈਅਰਸ, ਠੀਕ ਹੈ। ਸੋ ਇਹਦਾ ਜਿਹੜਾ ਮੇਨ ਕੰਮ ਕੀ ਹੈ, ਜਿਹੜੇ ਨੈਕਸਟ 5 ਵਿੱਤੀ ਸਾਲ ਆਉਣਗੇ ਉਸ ਦੇ ਵਿੱਚ ਕੀ ਟੈਕਸ ਜਾਂ ਕੋਈ ਵਿੱਤੀ ਮਸਲੇ ਨੇ ਉਹਦੇ ਵਿੱਚ ਕੀ ਆਪਦੀਆਂ ਰਿਕਮੈਂਡੇਸ਼ਨਸ ਦੇਣੀਆਂ ਨੇ, ਠੀਕ ਹੈ। ਇਹ ਰਿਪੋਰਟ ਵਗੈਰਾ ਤਿਆਰ ਕਰਿਆ ਕਰਨਗੇ ਔਰ ਸਬਮਿਟ ਕਿਸ ਨੂੰ ਕਰਦੇ ਨੇ? ਸਾਡੇ ਪ੍ਰੈਜ਼ੀਡੈਂਟ ਨੂੰ ਰਾਮਨਾਥ ਕੋਵਿੰਦ ਨੂੰ, ਠੀਕ ਹੈ ਜੀ। ਔਰ ਜਿਹੜਾ 15ਵਾਂ ਫਾਈਨਾਂਸ ਕਮਿਸ਼ਨ ਆ ਉਸਦੇ ਚੇਅਰਮੈਨ ਪੁੱਛ ਲੈਂਦੇ ਨੇ ਕਿ ਉਸਦੇ ਚੇਅਰਮੈਨ ਕੌਣ ਨੇ? ਸੋ ਹੈਗੇ ਜੀ NK ਸਿੰਘ। NK ਸਿੰਘ ਕੀ ਹੈ? ਇੱਕ IAS ਆਫਿਸਰਸ ਨੇ, ਠੀਕ ਹੈ। ਸੋ ਪਹਿਲਾਂ ਰਹਿ ਚੁੱਕੇ ਨੇ ਇਹ IAS ਆਫਿਸਰ। ਸੋ ਹੁਣ ਹੈਗੇ ਨੇ ਇਹ ਚੇਅਰਮੈਨ ਆਫ 15th ਫਾਈਨਾਂਸ ਕਮਿਸ਼ਨ, ਠੀਕ ਹੈ ਜੀ। ਸੋ ਇਹਨਾਂ ਦਾ ਨਾਮ ਜ਼ਰੂਰ ਯਾਦ ਰੱਖਣਾ। ਚੇਅਰਮੈਨ ਕੌਣ ਹੈ ਜੀ 15ਵੇਂ ਫਾਈਨਾਂਸ ਕਮਿਸ਼ਨ ਦਾ? NK ਸਿੰਘ। ਸੋ ਦੇਖਦੇ ਨੈਕਸਟ ਕੁਐਸਚਨ ਹੈਗਾ ਜੀ, ਵਿਚ ਇੰਡੀਅਨ ਸਟੇਟ / UT ਹੈਜ਼ ਲਾਂਚਡ ਆ ਸਕੀਮ ਫॉर ਡਿਸਟਰੀਬਿਊਸ਼ਨ ਆਫ ਫੋਰਟੀਫਾਈਡ ਰਾਈਸ, ਠੀਕ ਹੈ। ਸੋ ਕਿਹੜਾ ਸਾਡਾ ਰਾਜ ਹੈ ਜਾਂ UT ਹੈ ਜਿਸ ਨੇ ਕਿ ਇਹ ਸਕੀਮ ਲਾਂਚ ਕੀਤੀ ਕਿ ਉਹ ਡਿਸਟਰੀਬਿਊਟ ਕਰਨਗੇ ਫੋਰਟੀਫਾਈਡ ਰਾਈਸ? ਸੋ ਇਹ ਹੈਗਾ ਆਨਸਰ ਜੀ ਛੱਤੀਸਗੜ੍ਹ। ਸੋ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਫੋਰਟੀਫਾਈਡ ਰਾਈਸ ਨੇ ਅਸੀਂ ਡਿਸਟਰੀਬਿਊਟ ਕਰਾਂਗੇ ਛੱਤੀਸਗੜ੍ਹ ਸਟੇਟ ਦੇ ਵਿੱਚ, ਠੀਕ ਹੈ ਜੀ। ਇਹ ਹੁੰਦਾ ਕੀ ਹੈ ਫੋਰਟੀਫਾਈਡ ਰਾਈਸ, ਠੀਕ ਹੈ ਜੀ। ਸੋ ਇਹਦੇ ਬਾਰੇ ਦੇਖ ਲੈਂਦੇ ਹਾਂ। ਜਿਹੜਾ ਫੋਰਟੀਫਾਈਡ ਰਾਈਸ ਹੁੰਦਾ, ਫੋਰਟੀਫਾਈਂਗ ਰਾਈਸ involving grinding broken rice into powder, mixing it with the nutrients and shaping it into rice like kernels, ਠੀਕ ਹੈ। ਹੁੰਦੇ ਕੀ ਹੈ, ਜਿਹੜੇ ਸਾਡੇ ਰਾਈਸ ਹੁੰਦੇ ਨੇ ਚਾਵਲ, ਉਹਨਾਂ ਨੂੰ ਬਰੀਕ ਤੋੜ ਲਿਆ ਜਾਂਦਾ, ਪਾਊਡਰ ਬਣਾ ਲਿਆ ਜਾਂਦਾ। ਉਸ ਦੇ ਵਿੱਚ ਕੀ ਨਿਊਟ੍ਰੀਐਂਟਸ ਨੂੰ ਐਡ ਕੀਤਾ ਜਾਂਦਾ। ਸੋ ਜਿਸ ਤਰ੍ਹਾਂ ਕੋਈ ਵਿਟਾਮਿਨਸ ਵਗੈਰਾ ਹੁੰਦੇ ਆ ਉਸ ਨੂੰ ਐਡ ਕਰਦੇ ਨੇ। ਸੋ ਦੁਬਾਰਾ ਫਿਰ ਉਸ ਨੂੰ ਕੀ ਹੈ ਰਾਈਸ ਦੀ ਸ਼ੇਪ ਦੇ ਵਿੱਚ ਲਿਆਂਦਾ ਜਾਂਦਾ। ਸੋ ਜਿਹੜਾ ਇੱਕ ਨਵਾਂ ਰਾਈਸ ਬਣਦਾ ਉਸ ਨੂੰ ਬੋਲਦੇ ਫੋਰਟੀਫਾਈਡ ਰਾਈਸ, ਠੀਕ ਹੈ। ਸੋ ਜਿਹੜੀ ਮਾਲ ਨਿਊਟ੍ਰੀਸ਼ਨ ਹੈ, ਠੀਕ ਹੈ, ਲੋਕਾਂ ਦੇ ਵਿੱਚ ਉਸ ਨੂੰ ਰਿਮੂਵ ਕਰਨ ਵਾਸਤੇ ਇਹ ਫੋਰਟੀਫਾਈਡ ਰਾਈਸ ਬਣਾਏ ਗਏ ਨੇ, ਠੀਕ ਹੈ। ਨਿਊਟ੍ਰੀਐਂਟਸ ਵਗੈਰਾ ਪੂਰੇ ਪਾ ਦਿੰਦੇ ਨੇ। ਸੋ ਪਾਊਡਰ ਬਣਾ ਕੇ ਮਿਕਸ ਕਰਕੇ ਦੁਬਾਰਾ ਹੀ ਇੱਕ ਰਾਈਸ ਦੀ ਸ਼ੇਪ ਦਿੱਤੀ ਜਾਂਦੀ ਹੈ, ਠੀਕ ਹੈ। ਮੈਂ ਫੋਟੋ ਦਿਖਾ ਦਿੰਦਾ ਤੁਹਾਨੂੰ ਫੋਰਟੀਫਾਈਂਗ ਰਾਈਸ ਦੀ। ਸੋ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਹੈਗਾ ਫੋਰਟੀਫਾਈਂਗ ਰਾਈਸ, ਠੀਕ ਹੈ। ਇਟਸ ਏਮ ਟੂ ਰਿਮੂਵ ਮਾਲ ਨਿਊਟ੍ਰੀਸ਼ਨ, ਠੀਕ ਹੈ। ਮੇਨ ਇਹਦਾ ਏਮ ਕੀ ਹੁੰਦਾ? ਮਾਲ ਨਿਊਟ੍ਰੀਸ਼ਨ ਨੂੰ ਖਤਮ ਕਰਨਾ। ਔਰ ਦਾ ਫੋਰਟੀਫਾਈਡ ਰਾਈਸ ਇਜ਼ ਅ ਮਿਕਸਚਰ ਆਫ ਆਇਰਨ, ਵਿਟਾਮਿਨ B12, ਫੋਲਿਕ ਐਸਿਡ, ਇਨਰਿਚਡ ਫੋਰਟੀਫਾਈਡ ਰਾਈਸ ਕਰਨਲ, ਠੀਕ ਹੈ ਜੀ। ਸੋ FRK ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਫੁੱਲ ਫਾਰਮ ਹੁੰਦੀ ਹੈ ਫੋਰਟੀਫਾਈਡ ਰਾਈਸ ਕਰਨਲ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਯਾਦ ਰੱਖਣੀ ਹੈ। ਔਰ ਛੱਤੀਸਗੜ੍ਹ ਨੇ ਦੇਖੋ ਇਹ ਐਡੀ ਵੱਡੀ ਸਕੀਮ ਲਾਂਚ ਕੀਤੀ ਹੈ। ਸੋ ਛੱਤੀਸਗੜ੍ਹ ਬਾਰੇ ਦੇਖ ਲੈਂਦੇ ਹਾਂ। ਸੋ ਛੱਤੀਸਗੜ੍ਹ ਜਿਹੜਾ ਰਾਜ ਹੈ ਉਸ ਦੀ ਕੈਪੀਟਲ ਹੈਗੀ ਜੀ ਰਾਏਪੁਰ। ਔਰ ਉੱਥੋਂ ਦੇ ਗਵਰਨਰ ਹੈਗੇ ਜੀ ਅਨੂਸਿਆ ਉਕੇ ਗਵਰਨਰ ਹੈ ਜੀ। ਔਰ ਚੀਫ ਮਿਨਿਸਟਰ ਕੌਣ ਹੈ ਜੀ? ਭੁਪੇਸ਼ ਬਾਘੇਲ, ਠੀਕ ਹੈ। ਭੁਪੇਸ਼ ਬਾਘੇਲ ਇਹ ਹੈਗੇ ਆ ਛੱਤੀਸਗੜ੍ਹ ਦੇ ਮੁੱਖ ਮੰਤਰੀ। ਸੋ ਦੇਖਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ, ਵੇਅਰ ਇਜ਼ ਦਾ ਹੈੱਡਕੁਆਟਰ ਆਫ ਆਯੂਸ਼, ਠੀਕ ਹੈ। ਆਯੂਸ਼ ਦਾ ਹੈੱਡਕੁਆਟਰ ਕਿੱਥੇ ਆ? ਆਯੂਸ਼ ਦਾ ਹੈੱਡਕੁਆਟਰ ਹੈਗਾ ਜੀ ਨਿਊ ਦਿੱਲੀ ਦੇ ਵਿੱਚ, ਠੀਕ ਹੈ। ਔਰ ਆਯੂਸ਼ ਜਿਹੜਾ ਸਾਡਾ ਡਿਪਾਰਟਮੈਂਟ ਹੈ ਇਸ ਦੀ ਫੁੱਲ ਫਾਰਮ ਦੇਖ ਲਓ। ਸੋ ਇਹ ਸਾਡੀ ਇੰਡੀਅਨ ਗੌਰਮੈਂਟ ਨੇ ਬਣਾਇਆ ਹੋਇਆ ਡਿਪਾਰਟਮੈਂਟ ਹੈ। ਸੋ ਇਸ ਦੀ ਫੁੱਲ ਫਾਰਮ ਹੈਗੀ ਹੈ ਆਯੁਰਵੇਦਾ, ਯੋਗਾ ਐਂਡ ਨੈਚੁਰੋਪੈਥੀ, ਯੂਨਾਨੀ ਸਿੱਧਾ ਐਂਡ ਹੋਮਿਓਪੈਥੀ, ਠੀਕ ਹੈ। ਸੋ 1-2 ਵਾਰੀ ਐਗਜ਼ਾਮ ਦੇ ਵਿੱਚ ਇਸ ਦੀ ਪੁੱਛੀ ਵੀ ਗਈ ਹੈ ਫੁੱਲ ਫਾਰਮ, ਠੀਕ ਹੈ। ਸੋ ਕਾਫੀ ਇੰਪੋਰਟੈਂਟ ਹੈ। ਸੋ ਆਯੂਸ਼ ਦੀ ਫੁੱਲ ਫਾਰਮ ਦੁਬਾਰਾ ਦੇਖ ਲਓ ਜੀ, ਆਯੁਰਵੇਦਾ, ਯੋਗਾ ਐਂਡ ਨੈਚੁਰੋਪੈਥੀ, ਯੂਨਾਨੀ ਸਿੱਧਾ ਐਂਡ ਹੋਮਿਓਪੈਥੀ, ਠੀਕ ਹੈ। ਇਹ ਹੈਗੀ ਆਯੂਸ਼ ਜਿਹੜੇ ਡਿਪਾਰਟਮੈਂਟ ਦੀ ਫੁੱਲ ਫਾਰਮ, ਠੀਕ ਹੈ। ਜਿਹੜੀ ਇਹ ਆਯੂਸ਼ ਡਿਪਾਰਟਮੈਂਟ ਹੈ ਕਾਹਤੋਂ ਬਣਾਇਆ ਹੈ? ਦਿਸ ਮਿਨਿਸਟਰੀ ਇਜ਼ ਪ੍ਰਪੋਜ਼ਡ
ਟੂ ਡਿਵੈਲਪਿੰਗ ਐਜੂਕੇਸ਼ਨ ਰਿਸਰਚ ਐਂਡ ਪ੍ਰੋਪੋਗੇਸ਼ਨ ਆਫ ਇੰਡੀਜੀਨਸ ਆਲਟਰਨੇਟਿਵ ਮੈਡੀਸਨ ਸਿਸਟਮਸ ਇਨ ਇੰਡੀਆ। ਠੀਕ ਹੈ, ਸੋ ਇਸ ਮਿਨਿਸਟਰੀ ਦਾ ਮੇਨ ਕੰਮ ਕੀ ਹੈ, ਐਜੂਕੇਸ਼ਨ ਰਿਸਰਚ ਅਤੇ ਮੈਡੀਸਨ ਸਿਸਟਮਸ ਨੂੰ ਇੰਪਰੂਵ ਕਰਨਾ। ਠੀਕ ਹੈ, ਸੋ ਕਿਸ ਤਰ੍ਹਾਂ ਉਸ ਨੂੰ ਇੰਪਰੂਵ ਕਰਨਗੇ, ਸੋ ਇਸ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਇਹ ਸਾਡਾ ਆਯੂਸ਼ ਡਿਪਾਰਟਮੈਂਟ। ਠੀਕ ਹੈ, ਸੋ ਇਸ ਦੇ ਮੇਨ ਆਫਿਸ ਹੋਲਡਰ ਕੌਣ ਨੇ, ਠੀਕ ਹੈ, ਹੁਣ ਇਸ ਦਾ ਹੈੱਡ ਕੌਣ ਹੈ ਇਸ ਟਾਈਮ 'ਤੇ, ਉਹ ਹੈਗਾ ਸ਼੍ਰੀਪਦ ਨਾਇਕ। ਠੀਕ ਹੈ, ਸ਼੍ਰੀਪਦ ਨਾਇਕ ਆਯੂਸ਼ ਡਿਪਾਰਟਮੈਂਟ ਦੇ ਹੈੱਡ ਨੇ। ਠੀਕ ਹੈ, ਸੋ ਇਸ ਨੂੰ ਬੋਲਦੇ ਜੀ MOS ਇੰਡੀਪੈਂਡੈਂਟ ਚਾਰਜ। ਠੀਕ ਹੈ, ਸੋ MOS ਦਾ ਮਤਲਬ ਕੀ ਹੁੰਦਾ, MOS ਦਾ ਮਤਲਬ ਹੁੰਦਾ ਇੱਥੇ ਮਿਨਿਸਟਰ ਆਫ ਸਟੇਟਸ। ਠੀਕ ਹੈ, ਮਿਨਿਸਟਰ ਆਫ ਸਟੇਟਸ ਇੰਡੀਪੈਂਡੈਂਟ ਚਾਰਜ। ਠੀਕ ਹੈ, ਸੋ ਇੱਕ ਤਾਂ ਹੁੰਦੇ ਜੀ ਸਾਡੇ ਕੈਬਨਿਟ ਮਿਨਿਸਟਰਸ। ਠੀਕ ਹੈ, ਉਹ ਸਾਰੇ ਮੈਂ ਤੁਹਾਨੂੰ ਇੰਪੋਰਟੈਂਟ ਕਰਵਾ ਰੱਖੇ ਨੇ। ਉਸ ਤੋਂ ਇਲਾਵਾ ਵੀ ਕੁਝ ਮਿਨਿਸਟਰ ਹੁੰਦੇ ਜਿਨ੍ਹਾਂ ਨੂੰ ਬੋਲਦੇ ਜੀ ਮਿਨਿਸਟਰ ਆਫ ਸਟੇਟਸ। ਠੀਕ ਹੈ ਜੀ, ਮਿਨਿਸਟਰ ਆਫ ਸਟੇਟਸ। ਜਿਹੜਾ ਸਾਡਾ ਮਿਨਿਸਟਰ ਆਫ ਸਟੇਟ ਹੁੰਦਾ, ਠੀਕ ਹੈ, ਉਹ ਕੀ ਹੁੰਦਾ, ਇੱਕ ਜੂਨੀਅਰ ਮਿਨਿਸਟਰ ਹੁੰਦਾ, ਜੂਨੀਅਰ ਮਿਨਿਸਟਰ ਆਫ ਕਾਊਂਸਲ ਮਿਨਿਸਟਰ। ਜਿਹੜਾ ਇਹ ਜੂਨੀਅਰ ਮਿਨਿਸਟਰ ਹੁੰਦਾ ਇਹ ਕੀ ਹੈ, ਐਜ਼ ਆ ਅਸਿਸਟੈਂਟ ਕੰਮ ਕਰਦਾ ਹੈ। ਠੀਕ ਹੈ, ਕਿਹਦਾ ਅਸਿਸਟੈਂਟ ਕੰਮ ਕਰਦਾ, ਕੈਬਨਿਟ ਮਿਨਿਸਟਰ ਦਾ। ਜਿਹੜੇ ਸਾਡੇ ਕੈਬਨਿਟ ਮਿਨਿਸਟਰਸ ਨੇ ਉਹਨਾਂ ਦੇ ਨਾਲ ਜਿਹੜੇ ਅਸਿਸਟੈਂਟ ਲਗਾਏ ਆ ਉਹਨਾਂ ਨੂੰ ਬੋਲਦੇ ਜੀ ਮਿਨਿਸਟਰ ਆਫ ਸਟੇਟਸ। ਠੀਕ ਹੈ, ਅਗਰ ਲਿਖਿਆ ਮਿਨਿਸਟਰ ਆਫ ਸਟੇਟਸ ਇੰਡੀਪੈਂਡੈਂਟ ਚਾਰਜ। ਠੀਕ ਹੈ, ਇੰਡੀਪੈਂਡੈਂਟ ਚਾਰਜ ਸ਼ਬਦ ਲਾਇਆ, ਇਟ ਮੀਨਸ ਕਿਸੇ ਡਿਪਾਰਟਮੈਂਟ ਦਾ ਨੂੰ ਅਲੱਗ ਤੋਂ ਵੀ ਚਾਰਜ ਦਿੱਤਾ ਹੋ ਸਕਦਾ ਹੈ। ਠੀਕ ਹੈ, ਕਿ ਫਿਰ ਉਹ ਕਿਸੇ ਦਾ ਅਸਿਸਟੈਂਟ ਨਹੀਂ ਹੈਗਾ, ਫਿਰ ਉਹਨੂੰ ਕੀ ਅਲੱਗ ਤੋਂ ਡਿਪਾਰਟਮੈਂਟ ਦੇ ਰੱਖਿਆ ਕਿ ਤੂੰ ਆਹ ਵਾਲਾ ਡਿਪਾਰਟਮੈਂਟ ਦੇਖ ਰੇਖ ਰੱਖਣੀ ਹੈ। ਠੀਕ ਹੈ, ਜਿਸ ਤਰ੍ਹਾਂ ਇੱਥੇ ਦਿੱਤਾ ਹੋਇਆ ਜੀ MOS ਇੰਡੀਪੈਂਡੈਂਟ ਚਾਰਜ, ਇਟ ਮੀਨਸ ਇਹ ਆਯੂਸ਼ ਜਿਹੜਾ ਮਿਨਿਸਟਰੀ ਹੈ ਉਸ ਦਾ ਇੰਡੀਪੈਂਡੈਂਟ ਚਾਰਜ ਇਹਨਾਂ ਨੂੰ ਹੀ ਦੇ ਰੱਖਿਆ ਸ਼੍ਰੀਪਦ ਨਾਇਕ ਨੂੰ। ਠੀਕ ਹੈ ਜੀ, ਸੋ ਆਯੂਸ਼ ਬਾਰੇ ਕੁਛ ਹੋਰ ਦੇਖ ਲੈਂਦੇ ਹਾਂ। ਸੋ ਆਯੂਸ਼ ਕਦੋਂ ਬਣਿਆ ਸੀ, 2014 ਤੋਂ ਬਣਿਆ ਹੋਇਆ ਜੀ। ਆਯੂਸ਼ ਡਿਪਾਰਟਮੈਂਟ 2014 ਦੇ ਵਿੱਚ ਬਣਾਇਆ ਗਿਆ, ਹੈੱਡਕੁਆਰਟਰ ਨਿਊ ਦਿੱਲੀ ਦੇ ਵਿੱਚ ਹੈ। ਔਰ ਜਿਹੜਾ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ ਮਿਨਿਸਟਰ ਆਫ ਸਟੇਟ ਕੀ ਹੁੰਦਾ, ਮਿਨਿਸਟਰ ਆਫ ਸਟੇਟ ਹੁੰਦਾ ਕਿ ਜੂਨੀਅਰ ਮਿਨਿਸਟਰ ਹੁੰਦਾ ਹੈ। ਠੀਕ ਹੈ, ਇਟ ਇਜ਼ ਅ ਜੂਨੀਅਰ ਮਿਨਿਸਟਰ ਇਨ ਕਾਊਂਸਲ ਆਫ ਮਿਨਿਸਟਰਸ ਇਨ ਯੂਨੀਅਨ ਗਵਰਨਮੈਂਟ ਹੂ ਮੇ ਅਸਿਸਟ ਅ ਕੈਬਨਿਟ ਮਿਨਿਸਟਰ ਔਰ ਹੈਵ ਅ ਇੰਡੀਪੈਂਡੈਂਟ ਚਾਰਜ ਆਫ ਮਿਨਿਸਟਰੀ। ਠੀਕ ਹੈ, ਉਹ ਕਹਿੰਦਾ ਜਾਂ ਤਾਂ ਕਿ ਇਹ ਕੈਬਨਿਟ ਮਿਨਿਸਟਰ ਦਾ ਸਹਾਇਕ ਕੰਮ ਕਰੂਗਾ ਜਾਂ ਉਹਦੇ ਕੋਲ ਕੀ ਇੰਡੀਪੈਂਡੈਂਟ ਚਾਰਜ ਦਿੱਤਾ ਹੋਏਗਾ ਕਿਸੇ ਮਿਨਿਸਟਰੀ ਦਾ। ਠੀਕ ਹੈ ਜੀ, ਸੋ ਇਸ ਨੂੰ ਬੋਲਦੇ ਜੀ ਮਿਨਿਸਟਰ ਆਫ ਸਟੇਟ। ਸੋ ਜਿਹੜੇ ਇਹ ਮਿਨਿਸਟਰ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਨੂੰ ਇੰਡੀਪੈਂਡੈਂਟ ਚਾਰਜ ਦਿੱਤਾ ਹੁੰਦਾ। ਠੀਕ ਹੈ, ਇਹ ਜਿਹੜੇ ਕਿ ਕੈਬਨਿਟ ਦੀਆਂ ਮੀਟਿੰਗਸ ਨੇ ਉਹਨਾਂ ਨੂੰ ਕਿ ਅਟੈਂਡ ਕਰ ਸਕਦੇ ਨੇ। ਠੀਕ ਹੈ, ਅਗਰ ਤਾਂ ਮਿਨਿਸਟਰ ਆਫ ਸਟੇਟ ਹੈ ਫਿਰ ਨਹੀਂ ਉਹ ਕਿਸੇ ਕੈਬਨਿਟ ਮੀਟਿੰਗ ਦੇ ਵਿੱਚ ਪਾਰਟ ਲਏਗਾ। ਅਗਰ ਹੈਗਾ ਮਿਨਿਸਟਰ ਆਫ ਸਟੇਟ ਇੰਡੀਪੈਂਡੈਂਟ ਚਾਰਜ ਤਾਂ ਉਹ ਕਿ ਕੈਬਨਿਟ ਮੀਟਿੰਗਸ ਦੇ ਵਿੱਚ ਕੀ ਆਪਦਾ ਹਿੱਸਾ ਲੈ ਸਕਦੇ ਨੇ। ਠੀਕ ਹੈ ਜੀ, ਸੋ ਦੇਖਦੇ ਨੈਕਸਟ ਕੁਐਸਚਨ। ਸੋ ਨੈਕਸਟ ਕੁਐਸਚਨ ਹੈਗਾ ਜੀ, ਵਿਚ ਇੰਡੀਅਨ ਸਿਟੀ ਹੋਸਟਡ ਆ ਵਰਚੁਅਲ ਟੈਕ ਸਮਿਟ ਇਨ ਦ ਮੰਥ ਨਵੰਬਰ 2020। ਠੀਕ ਹੈ, ਸੋ ਨਵੰਬਰ ਮਹੀਨੇ ਦੇ ਵਿੱਚ ਇੱਕ ਵਰਚੁਅਲ ਟੈਕ ਸਮਿਟ ਹੋਇਆ ਸੀ। ਸਮਿਟ ਮੀਨਸ ਮੀਟਿੰਗ ਹੋਈ ਸੀ, ਵਰਚੁਅਲ ਮੀਨਸ ਕਿ ਵੀਡੀਓ ਕਾਨਫਰੰਸ ਦੇ ਥਰੂ। ਠੀਕ ਹੈ, ਸੋ ਕਿਹੜਾ ਜਿਹੜਾ ਇੰਡੀਅਨ ਸਿਟੀ ਸੀ ਜਿਸ ਨੇ ਇਸ ਨੂੰ ਹੋਸਟ ਕੀਤਾ। ਠੀਕ ਹੈ, ਜਦੋਂ ਵੀ ਕਿਸੇ ਟੈਕਨੋਲੋਜੀ ਦੀ ਗੱਲ ਹੁੰਦੀ ਹੈ, ਠੀਕ ਹੈ, ਸੋ ਸਾਡੀ ਟੈਕ ਸਿਟੀ ਕਿਹੜੀ ਵੱਜਦੀ ਹੈ, ਬੈਂਗਲੌਰ। ਠੀਕ ਹੈ, ਇਸ ਨੂੰ ਹੁਣ ਨਵਾਂ ਨਾਮ ਦਿੱਤਾ ਹੈ ਬੈਂਗਲੁਰੂ, ਪਹਿਲਾਂ ਇਸ ਦਾ ਨਾਮ ਹੈਗਾ ਜੀ ਬੈਂਗਲੌਰ। ਠੀਕ ਹੈ, ਇਸ ਦਾ ਨਵਾਂ ਨਾਮ ਹੈਗਾ ਬੈਂਗਲੁਰੂ। ਸੋ ਇਸ ਨੂੰ ਕੀ ਟੈਕ ਸਿਟੀ ਵੀ ਕਹਿੰਦੇ ਆ। ਠੀਕ ਹੈ, ਸੋ ਪੂਰੀ ਇਹ IT ਦੀ ਹੱਬ ਹੈ। ਠੀਕ ਹੈ, ਸੋ ਜਿੰਨੇ ਵੀ ਸਾਡੇ ਸੌਫਟਵੇਅਰ ਡਿਵੈਲਪਰਸ ਨੇ ਸਭ ਤੋਂ ਜ਼ਿਆਦਾ ਕਿੱਥੇ ਨੇ, ਬੈਂਗਲੁਰੂ ਦੇ ਵਿੱਚ। ਠੀਕ ਹੈ, ਸੋ ਜਿਹੜੀ ਇਹ ਟੈਕ ਦੀ ਸਮਿਟ ਹੋਈ ਹੈ ਇਹ ਵੀ ਕਿੱਥੇ ਹੋਈ ਹੈ ਜੀ, ਬੈਂਗਲੁਰੂ ਦੇ ਵਿੱਚ। ਠੀਕ ਹੈ, ਸੋ ਜਿਹੜੀ ਇਹ ਸਮਿਟ ਹੋਈ ਹੈ ਕਿੰਨਵਾਂ ਐਡੀਸ਼ਨ ਸੀ, ਇਹ ਹੈਗਾ ਸੀਗਾ ਜੀ 23rd ਐਡੀਸ਼ਨ। ਸੋ 23ਵੀਂ ਮੀਟਿੰਗ ਹੋਈ ਹੈ, ਪੂਰਾ ਨਾਮ ਹੈਗਾ ਇਸ ਦਾ ਬੈਂਗਲੁਰੂ ਟੈਕ ਸਮਿਟ, ਕਿਉਂਕਿ ਬੈਂਗਲੁਰੂ ਦੇ ਵਿੱਚ ਹੋਈ ਸੀ। 19 ਨਵੰਬਰ ਤੋਂ 21 ਨਵੰਬਰ ਤੱਕ ਹੋਈ ਸੀ, ਇਹ ਵਰਚੁਅਲ ਹੋਈ ਹੈ। ਠੀਕ ਹੈ, ਸੋ ਇਹਨੂੰ ਸਮਿਟ ਨੂੰ ਕਿਹਨੇ ਆਰਗੇਨਾਈਜ਼ ਕੀਤਾ। ਠੀਕ ਹੈ, ਸੋ ਇਹ ਮੀਟਿੰਗ ਸੀ ਜਿਹੜੇ ਇਸ ਨੂੰ ਆਰਗੇਨਾਈਜ਼ ਕੀਤਾ, ਇਹਨੂੰ ਕੀਤਾ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਇਨਫੋਰਮੇਸ਼ਨ ਟੈਕਨੋਲੋਜੀ ਬਾਇਓਟੈਕਨੋਲੋਜੀ ਐਂਡ ਸਾਇੰਸ। ਠੀਕ ਹੈ, ਸੋ ਡਿਪਾਰਟਮੈਂਟ ਦਾ ਨਾਮ ਦਿੱਤਾ ਹੋਇਆ। ਸੋ ਕਿਹੜੀ ਸਟੇਟ ਦਾ ਡਿਪਾਰਟਮੈਂਟ ਆ, ਇਹ ਹੈਗਾ ਜੀ ਕਰਨਾਟਕਾ ਸਟੇਟ ਦਾ। ਸੋ ਕਰਨਾਟਕਾ ਜਿਹੜੀ ਸਟੇਟ ਹੈ ਉਸ ਦੀ ਕੈਪੀਟਲ ਹੈਗੀ ਜੀ ਬੈਂਗਲੁਰੂ। ਠੀਕ ਹੈ, ਬੈਂਗਲੁਰੂ ਦੇ ਵਿੱਚ ਕੀ ਇਹ ਸਮਿਟ ਹੋਇਆ ਸੀ, ਇਸੇ ਕਰਕੇ ਇਸੇ ਜਿਹੜੇ ਕਰਨਾਟਕਾ ਸਟੇਟ ਦਾ ਜਿਹੜਾ ਡਿਪਾਰਟਮੈਂਟ ਸੀਗਾ ਸੋ ਉਸਨੇ ਇਸ ਨੂੰ ਆਰਗੇਨਾਈਜ਼ ਕੀਤਾ। ਠੀਕ ਹੈ, ਔਰ ਬੈਂਗਲੁਰੂ ਕੀ ਹੈ, ਬੈਂਗਲੁਰੂ ਇਜ਼ ਦਾ ਕੈਪੀਟਲ ਆਫ ਕਰਨਾਟਕਾ, ਜਿਸ ਨੂੰ ਅਸੀਂ ਬੈਂਗਲੌਰ ਕਹਿੰਦੇ ਹਾਂ, ਪਰ ਇਸ ਦਾ ਨਵਾਂ ਨਾਮ ਬੈਂਗਲੁਰੂ ਹੈ। ਠੀਕ ਹੈ, ਬੈਂਗਲੌਰ ਦਾ ਨਵਾਂ ਨਾਮ ਕੀ ਹੈ ਜੀ, ਬੈਂਗਲੁਰੂ। ਠੀਕ ਹੈ, ਇਟ ਇਜ਼ ਅ ਕੈਪੀਟਲ ਆਫ ਇੰਡੀਆਜ਼ ਸਾਊਥਰਨ ਕਰਨਾਟਕਾ ਸਟੇਟ। ਸੋ ਕਰਨਾਟਕਾ ਸਟੇਟ ਦੀ ਕੈਪੀਟਲ ਹੈ ਜੀ ਇਹ ਬਹੁਤ ਜ਼ਿਆਦਾ ਇੱਥੇ ਪਾਰਕ ਵਗੈਰਾ ਬਣੇ ਹੋਏ ਨੇ। ਸੋ ਇਹ ਪਾਰਕ ਵਾਸਤੇ ਬਹੁਤ ਹੀ ਜ਼ਿਆਦਾ ਫੇਮਸ ਹੈ। ਔਰ ਇੱਥੇ ਜਦੋਂ ਰਾਤ ਨੂੰ ਲਾਈਟਨਿੰਗ ਚੱਲਦੀ ਹੈ ਨਾ ਬਹੁਤ ਹੀ ਸੋਹਣੀ ਚੱਲਦੀ ਹੈ। ਇਸ ਨੂੰ ਇਲੈਕਟ੍ਰੋਨਿਕ ਸਿਟੀ ਵੀ ਕਿਹਾ ਜਾਂਦਾ, ਇਲੈਕਟ੍ਰੋਨਿਕ ਸਿਟੀ ਆਫ ਇੰਡੀਆ। ਠੀਕ ਹੈ, ਸੋ ਦਿਸ ਸਿਟੀ ਇਜ਼ ਨੋਨ ਫॉर ਇਟਸ ਪਾਰਕ ਐਂਡ ਨਾਈਟ ਲਾਈਫ। ਨਾਈਟ ਲਾਈਫ ਤਾਂ ਕਹਿੰਦੇ ਕਿ ਰਾਤ ਨੂੰ ਲਾਈਟਾਂ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ। ਠੀਕ ਹੈ, ਸੋ ਇਸ ਕਰਕੇ ਕੀ ਹੈ ਇਹ ਪਾਰਕ ਵਗੈਰਾ ਅਤੇ ਨਾਈਟ ਲਾਈਫ ਲਈ ਫੇਮਸ ਹੈ। ਉਹ ਗਾਰਡਨ ਸਿਟੀ ਕਿਉਂ ਕਹਿੰਦੇ ਆ, ਅਗਰ ਤੁਸੀਂ ਬੈਂਗਲੁਰੂ ਦੀ ਸੜਕਾਂ 'ਤੇ ਜਾਓਗੇ ਤਾਂ ਸਾਈਡਾਂ ਦੇ ਉੱਪਰ ਇੰਨੀ ਜ਼ਿਆਦਾ ਗਰੀਨਰੀ ਹੈ, ਇੰਨੇ ਸੋਹਣੇ ਸੋਹਣੇ ਫਲਾਵਰਸ ਲੱਗੇ, ਤੁਹਾਨੂੰ ਐਂ ਲੱਗੇ ਤੁਸੀਂ ਗਾਰਡਨ ਦੇ ਵਿੱਚ ਹੀ ਤੁਰੇ ਜਾ ਰਹੇ ਹੋ। ਠੀਕ ਹੈ, ਸੋ ਇਸੇ ਕਰਕੇ ਕਿ ਇਸ ਨੂੰ ਗਾਰਡਨ ਸਿਟੀ ਕਿਹਾ ਜਾਂਦਾ। ਠੀਕ ਹੈ,
So Bangalore is nicknamed the Garden City for its garden and parks and once called a pensioners paradise। ठीक है, सो ये भी क्वेश्चन आ जाता कि पेंशनर पैराडाइज किहड़े शहर ਨੂੰ ਕਿਹਾ ਜਾਂਦਾ ਹੈ? ਸੋ ਬੈਂਗਲੁਰੂ ਨੂੰ ਕਿਹਾ ਜਾਂਦਾ ਜੀ ਪੈਂਸ਼ਨਰਸ ਪੈਰਾਡਾਈਜ਼ ਐਂਡ ਇਟ ਇਜ਼ ਆਲਸੋ ਨੋਨ ਐਜ਼ ਇਲੈਕਟ੍ਰੋਨਿਕ ਸਿਟੀ ਆਫ ਇੰਡੀਆ। ਠੀਕ ਹੈ ਜੀ, ਸੋ ਇਲੈਕਟ੍ਰੋਨਿਕ ਸਿਟੀ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਸੋ ਕਰਨਾਟਕਾ ਸਟੇਟ ਦੀ ਗੱਲ ਕਰ ਰਹੇ ਹਾਂ। ਸੋ ਕਰਨਾਟਕਾ ਸਟੇਟ ਦੀ ਇਹ ਕੈਪੀਟਲ ਹੈ। ਠੀਕ ਹੈ, ਕਰਨਾਟਕਾ ਸਟੇਟ ਦੀ ਕੈਪੀਟਲ ਹੈਗੀ ਜੀ ਬੈਂਗਲੁਰੂ ਔਰ ਕਰਨਾਟਕਾ ਦੇ ਗਵਰਨਰ ਕੌਣ ਨੇ? ਵਜੂਭਾਈ ਵਾਲਾ। ਸੋ ਕਰਨਾਟਕਾ ਜਿਹੜੀ ਸਟੇਟ ਹੈ ਉਹਦਾ ਸਟੇਟ ਫਲਾਵਰ ਕਿਹੜਾ ਹੈ? ਸੋ ਸਟੇਟ ਫਲਾਵਰ ਹੈਗਾ ਜੀ ਇਹਦਾ ਲੋਟਸ, ਕਮਲ ਦਾ ਫੁੱਲ। ਔਰ ਕਰਨਾਟਕਾ ਦੇ ਮੁੱਖ ਮੰਤਰੀ ਕੌਣ ਨੇ ਜੀ? BS ਯੈਡੀਯੂਰੱਪਾ। ਠੀਕ ਹੈ, BS ਯੈਡੀਯੂਰੱਪਾ ਇਹ ਹੈਗੇ ਕਰਨਾਟਕਾ ਸਟੇਟ ਦੇ ਮੁੱਖ ਮੰਤਰੀ ਔਰ ਗਵਰਨਰ ਹੈਗਾ ਜੀ ਵਜੂਭਾਈ ਵਾਲਾ ਔਰ ਸਟੇਟ ਫਲਾਵਰ ਹੈਗਾ ਜੀ ਲੋਟਸ। ਸੋ ਦੇਖਦੇ ਹਾਂ ਨੈਕਸਟ ਕੁਐਸਚਨ। ਸੋ ਨੈਕਸਟ ਕੁਐਸਚਨ ਹੈਗਾ ਜੀ ਵਿਚ ਸਟੇਟ ਹੈਜ਼ ਅਵਾਰਡਡ 25,000 ਲੈਂਡ ਪਾਟਾਸ ਟੂ ਰਿਫਿਊਜੀਜ਼ ਪਾਪੂਲੇਸ਼ਨ ਇਨ ਦਾ ਸਟੇਟ। ਸੋ ਕਹਿ ਰਿਹਾ ਕਿ ਕਿਹੜਾ ਰਾਜ ਹੈ ਜਿਸ ਨੇ 25,000 ਜਿਹੜੀ ਲੈਂਡ ਹੈ ਉਹ ਰਿਫਿਊਜੀ ਪਾਪੂਲੇਸ਼ਨਸ ਨੂੰ ਦੇਤੀ। ਠੀਕ ਹੈ, ਸੋ ਕਿਹੜੇ ਰਾਜ ਨੇ ਦਿੱਤੀ ਹੈ? ਸੋ ਇਹ ਦਿੱਤੀ ਹੈ ਜੀ ਵੈਸਟ ਬੰਗਾਲ ਨੇ। ਠੀਕ ਹੈ, ਸੋ ਵੈਸਟ ਬੰਗਾਲ ਦੀ ਜਿਹੜੀ ਸਟੇਟ ਗੌਰਮੈਂਟ ਹੈ ਉਹਨਾਂ ਨੇ 25,000 ਲੈਂਡ ਪਾਟਾਸ ਰਿਫਿਊਜੀ ਪਾਪੂਲੇਸ਼ਨਸ ਨੂੰ ਦੇਤੀ। ਠੀਕ ਹੈ, ਸੋ ਇੱਥੇ ਪਾਟਾ ਸ਼ਬਦ ਕੀ ਹੁੰਦਾ ਹੈ? ਠੀਕ ਹੈ, ਇੱਥੇ ਪਾਟਾਸ ਲਿਖਿਆ ਨਾ। ਸੋ ਪਾਟਾ ਕੀ ਹੈ? ਇਟ ਇਜ਼ ਅ ਟਾਈਪ ਆਫ ਲੈਂਡ ਇਸ਼ੂ ਬਾਏ ਦਾ ਗੌਰਮੈਂਟ ਟੂ ਐਨ ਇੰਡੀਵਿਜੂਅਲ ਔਰ ਔਰਗੇਨਾਈਜੇਸ਼ਨ। ਠੀਕ ਹੈ, ਪਾਟਾ ਕੀ ਹੈ? ਇਹ ਕੀ ਹੈ? ਇੱਕ ਲੈਂਡ ਹੁੰਦੀ ਹੈ ਜਿਹੜੀ ਕਿ ਗੌਰਮੈਂਟ ਕੇ ਕਿਸੇ ਇੰਡੀਵਿਜੂਅਲ ਬੰਦੇ ਨੂੰ ਜਾਂ ਕਿਸੇ ਔਰਗੇਨਾਈਜੇਸ਼ਨ ਨੂੰ ਇਸ਼ੂ ਕਰ ਦਿੰਦੀ ਹੈ। ਠੀਕ ਹੈ, ਕਿ ਇਹ ਲੈਂਡ ਤੂੰ ਰੱਖ ਲੈ। ਠੀਕ ਹੈ, ਸੋ ਦਿਸ ਟਰਮ ਇਜ਼ ਯੂਜ਼ ਇਨ ਇੰਡੀਆ ਐਂਡ ਅਦਰ ਪਾਰਟਸ ਆਫ ਸਾਊਥ ਏਸ਼ੀਆ ਫੋਰ ਸਮਾਲ ਪੀਸ ਆਫ ਲੈਂਡ ਗਰਾਂਟਡ ਬਾਏ ਦਾ ਗੌਰਮੈਂਟ। ਠੀਕ ਹੈ, ਸੋ ਪਾਟਾ ਕੀ ਇੱਕ ਸਮੋਲ ਲੈਂਡ ਹੁੰਦੀ ਹੈ ਜਿਹੜੀ ਕਿ ਹੈ ਗੌਰਮੈਂਟ ਇਸ਼ੂ ਕਰ ਦਿੰਦੀ ਹੈ। ਠੀਕ ਹੈ ਜੀ, ਸੋ ਸਾਊਥ ਏਸ਼ੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਔਰ ਇੰਡੀਆ ਦੇ ਵਿੱਚ ਵੀ ਯੂਜ਼ ਹੁੰਦੀ ਹੈ। ਠੀਕ ਹੈ ਜੀ, ਸੋ ਬੰਗਾਲ ਦੀ ਗੱਲ ਹੋ ਰਹੀ ਹੈ ਜੀ। ਬੰਗਾਲ ਨੇ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਹੈ। ਸੋ ਬੰਗਾਲ ਦੇ ਗਵਰਨਰ ਦੇਖ ਲੈਣਾ। ਬੰਗਾਲ ਦੇ ਗਵਰਨਰ ਹੈਗੇ ਨੇ ਜੀ ਜਗਦੀਪ ਧਨਖੜ। ਠੀਕ ਹੈ ਜੀ, ਜਗਦੀਪ ਧਨਖੜ ਇਹ ਹੈਗੇ ਨੇ ਬੰਗਾਲ ਦੇ ਗਵਰਨਰ। ਸੋ ਬੰਗਾਲ ਦੀ ਮੁੱਖ ਮੰਤਰੀ ਹੈਗੀ ਹੈ ਜੀ ਮਮਤਾ ਬੈਨਰਜੀ। ਕਦੋਂ ਤੋਂ ਹੈ ਜੀ ਇਹ? 20 ਮਈ 2011 ਤੋਂ। ਠੀਕ ਹੈ, 2011 ਤੋਂ ਲੈ ਕੇ ਦੇਖੋ ਜੀ 2021 ਆ ਗਿਆ। ਸੋ ਵੈਸਟ ਬੰਗਾਲ ਦੀ ਮੁੱਖ ਮੰਤਰੀ ਕੌਣ ਹੈ ਜੀ? ਆਪਣੀ ਮਮਤਾ ਬੈਨਰਜੀ। ਔਰ ਵੈਸਟ ਬੰਗਾਲ ਦੀ ਕੈਪੀਟਲ ਹੈਗੀ ਹੈ ਕੋਲਕਾਤਾ ਔਰ ਇੱਥੇ ਇੱਕ ਫਿਸ਼ ਬਹੁਤ ਹੀ ਜ਼ਿਆਦਾ ਫੇਮਸ ਹੈ। ਠੀਕ ਹੈ, ਉਸਦਾ ਨਾਮ ਹੈਗਾ ਜੀ ਇਲਿਸ਼। ਠੀਕ ਹੈ, ਇਲਿਸ਼ ਫਿਸ਼ ਹੈ ਇਹਨਾਂ ਦੀ ਸਟੇਟ ਫਿਸ਼ ਵੀ ਕਹਿ ਸਕਦੇ ਹੋ। ਸੋ ਇਲਿਸ਼ ਹੈਗੀ ਆ ਵੈਸਟ ਬੰਗਾਲ ਦੀ ਸਟੇਟ ਫਿਸ਼। ਠੀਕ ਹੈ ਜੀ, ਇਲਿਸ਼। ਇਹ ਮੈਂ ਹੁਣ ਫੋਟੋ ਵੀ ਦਿਖਾ ਦਿੰਦਾ ਜੀ, ਇਹ ਹੈਗੇ ਇਲਿਸ਼ ਫਿਸ਼। ਸੋ ਦੇਖਦੇ ਨੈਕਸਟ ਕੁਐਸਚਨ। ਸੋ ਨੈਕਸਟ ਕੁਐਸਚਨ ਹੈਗਾ ਜੀ ਵਾਟ ਇਜ਼ ਪਿਨਾਕਾ MK1 ਦੈਟ ਇਜ਼ ਸੀਨ ਇਨ ਨਿਊਜ਼ ਰੀਸੈਂਟਲੀ। ਠੀਕ ਹੈ, ਸੋ ਪਿਨਾਕਾ MK1 ਜਿਹੜਾ ਨਿਊਜ਼ ਦੇ ਵਿੱਚ ਸੀਗਾ ਇਹ ਕੀ ਹੈ? ਠੀਕ ਹੈ, ਸੋ ਇਟ ਇਜ਼ ਅ ਮਿਜ਼ਾਈਲ ਸਿਸਟਮ। ਠੀਕ ਹੈ, ਪਿਨਾਕਾ MK1 ਕੀ ਹੈ? ਮਿਜ਼ਾਈਲ ਸਿਸਟਮ ਹੈ। ਠੀਕ ਹੈ ਜੀ, ਇਟ ਇਜ਼ ਅ ਇਨਹਾਂਸਡ ਵਰਜ਼ਨ ਆਫ ਪਿਨਾਕਾ MK1 that has been successfully test fired from the test range in ਚਾਂਦੀਪੁਰ ਉੜੀਸਾ। ਠੀਕ ਹੈ, ਸੋ ਚਾਂਦੀਪੁਰ ਉੜੀਸਾ ਇੱਕ ਜਗ੍ਹਾ ਦਾ ਨਾਮ ਹੈ ਚਾਂਦੀਪੁਰ ਉੜੀਸਾ ਦੇ ਵਿੱਚ ਜਿੱਥੋਂ ਕਿ ਇਹ ਮਿਜ਼ਾਈਲ ਦੀ ਟੈਸਟ ਫਾਇਰਿੰਗ ਕੀਤੀ ਜਾਂਦੀ ਹੈ। ਠੀਕ ਹੈ ਜੀ, ਸੋ MK1 ਦੀ ਵੀ ਕਿ ਸਕਸੈਸਫੁਲੀ ਇਹਨਾਂ ਨੇ ਟੈਸਟ ਫਾਇਰਿੰਗ ਕੀਤੀ। ਕਿੱਥੋਂ ਕੀਤੀ? ਇਹ ਕੀਤੀ ਚਾਂਦੀਪੁਰ ਦੇ ਵਿੱਚੋਂ। ਠੀਕ ਹੈ, ਸੋ ਮੋਸਟਲੀ ਜਿੰਨੀਆਂ ਵੀ ਮਿਜ਼ਾਈਲਸ ਨੇ ਜਿਨ੍ਹਾਂ ਦੀ ਟੈਸਟਿੰਗ ਕੀਤੀ ਜਾਂਦੀ ਇਹ ਚਾਂਦੀਪੁਰ ਦੇ ਵਿੱਚੋਂ ਹੀ ਕੀਤੀ ਜਾਂਦੀ ਹੈ। ਸੋ ਇਹ ਚਾਂਦੀਪੁਰ ਹੈਗਾ ਕਿੱਥੇ? ਇਹ ਹੈਗਾ ਜੀ ਉੜੀਸਾ ਦੇ ਵਿੱਚ। ਠੀਕ ਹੈ ਜੀ, ਸੋ ਇਹ ਪਿਨਾਕਾ MK1 ਡਿਵੈਲਪ ਕਿਹਨੇ ਕੀਤਾ ਹੈ? ਪਿਨਾਕਾ MK1 ਡਿਵੈਲਪ ਕੀਤਾ ਜੀ DRDO ਨੇ। ਠੀਕ ਹੈ, ਪਿਨਾਕਾ MK1 ਮਿਜ਼ਾਈਲ ਸਿਸਟਮ ਡਿਵੈਲਪਡ ਬਾਏ DRDO। DRDO ਦੀ ਫੁੱਲ ਫਾਰਮ ਹੁੰਦੀ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਠੀਕ ਹੈ ਜੀ, ਔਰ ਇਹ ਕੀ ਹੈ? ਇੱਕ ਇਨਹਾਂਸਡ ਵਰਜ਼ਨ ਹੈ ਪਿਨਾਕਾ ਸਿਸਟਮ ਦਾ। ਠੀਕ ਹੈ ਜੀ, ਦਿਸ ਇਨਹਾਂਸਡ ਵਰਜ਼ਨ ਇਜ਼ ਸੈਟ ਟੂ ਰਿਪਲੇਸ ਦਾ ਐਗਜ਼ਿਸਟਿੰਗ ਪਿਨਾਕਾ ਸਿਸਟਮ ਡਿਪਲੋਇਡ ਇਨ ਦਾ ਇੰਡੀਅਨ ਆਰਮੀ ਅਲੋਂਗ ਦਾ ਬਾਰਡਰਸ ਆਫ ਚਾਈਨਾ ਐਂਡ ਪਾਕਿਸਤਾਨ। ਇਹ ਕਹਿ ਰਿਹਾ ਕਿ ਜਿਹੜਾ ਪਹਿਲਾਂ ਪਿਨਾਕਾ ਸਿਸਟਮ ਲੱਗਿਆ ਹੋਇਆ ਸਾਡੇ ਇੰਡੀਅਨ ਆਰਮੀ ਦੇ ਵਿੱਚ ਉਸ ਨੂੰ ਰਿਪਲੇਸ ਕਰ ਦੇਗਾ। ਸੋ ਸਾਡੀ ਇੰਡੀਅਨ ਆਰਮੀ ਹੁਣ ਯੂਜ਼ ਕਰਿਆ ਕਰੇਗੀ ਜੀ ਪਿਨਾਕਾ MK1। ਠੀਕ ਹੈ, ਇਹ ਪਹਿਲਾਂ ਡਿਪਲੋਏ ਕਿੱਥੇ ਕੀਤਾ ਹੋਇਆ? ਜਿਹੜੇ ਸਾਡੇ ਚਾਈਨਾ ਜਾਂ ਪਾਕਿਸਤਾਨ ਦੇ ਬਾਰਡਰਸ ਨੇ ਉੱਥੇ ਰੱਖਿਆ ਹੋਇਆ ਸੀ ਇਹ ਪਿਨਾਕਾ ਸਿਸਟਮ। ਸੋ ਹੁਣ ਇਹ ਰੱਖਣਗੇ ਜੀ ਪਿਨਾਕਾ MK1। ਠੀਕ ਹੈ ਜੀ, ਔਰ DRDO ਬਾਰੇ ਕੁਝ ਹੋਰ ਪੁਆਇੰਟਸ ਦੱਸ ਦਿੰਦਾ ਜੀ। DRDO ਕਦੋਂ ਬਣੀ ਸੀ? DRDO ਬਣੀ ਆ 1958 ਦੇ ਵਿੱਚ। ਔਰ DRDO ਦਾ ਹੈੱਡਕੁਆਟਰ ਕਿੱਥੇ ਹੈ ਜੀ? ਇਹ ਹੈਗਾ ਭਵਨ ਨਿਊ ਦਿੱਲੀ ਦੇ ਵਿੱਚ। ਠੀਕ ਹੈ, DRDO ਦਾ ਭਵਨ ਕਿੱਥੇ ਬਣਿਆ ਜੀ? ਇਹਦਾ ਹੈੱਡਕੁਆਟਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ। ਔਰ DRDO ਦੇ ਹੈੱਡ ਕੌਣ ਨੇ? DRDO ਦੇ ਹੈੱਡ ਹੈਗੇ ਨੇ ਜੀ ਸਤੀਸ਼ ਰੈੱਡੀ। ਸਤੀਸ਼ ਰੈੱਡੀ ਇਹ ਹੈਗਾ DRDO ਦੇ ਹੈੱਡ। ਸੋ ਦਿਸ ਕੁਐਸਚਨ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ।
ਸੋ ਨੈਕਸਟ ਕੁਐਸਚਨ ਦੇਖੋ ਜੀ, ਨੈਕਸਟ ਕੁਐਸਚਨ ਹੈਗਾ ਜੀ ਜੌਨ ਮਗੂਫਲੀ ਕਿਹੜੇ ਕੰਟਰੀ ਦੇ ਪ੍ਰੈਜ਼ੀਡੈਂਟ ਬਣੇ ਨੇ। ਸੋ ਇਹ ਨਵੇਂ ਬਣੇ ਨੇ ਜੌਨ ਮਗੂਫਲੀ, ਸੋ ਇਹ ਬਣਿਆ ਜੀ ਤੰਜਾਨੀਆ, ਠੀਕ ਹੈ ਜੀ। ਸੋ ਤੰਜਾਨੀਆ ਜਿਹੜਾ ਦੇਸ਼ ਹੈ ਉਸ ਦੇ ਬਣੇ ਨੇ ਜੀ ਇਹ ਜੌਨ ਮਗੂਫਲੀ ਨਵੇਂ ਪ੍ਰੈਜ਼ੀਡੈਂਟ। ਸੋ ਜਿਹੜਾ ਤੰਜਾਨੀਆ ਦੇਸ਼ ਹੈ ਅਫਰੀਕਾ ਦੇ ਵਿੱਚ ਪੈਂਦਾ। ਸੋ ਤੰਜਾਨੀਆ ਇਜ਼ ਐਨ ਈਸਟ ਅਫਰੀਕਨ ਕੰਟਰੀ ਨੋਨ ਫॉर ਇਟਸ ਵਾਸਟ ਵਾਈਲਡਰਨੈਸ ਏਰੀਆਜ਼, ਠੀਕ ਹੈ। ਸੋ ਤੰਜਾਨੀਆ ਕਾਹਦੇ ਵਾਸਤੇ ਫੇਮਸ ਹੈ, ਇਹ ਹੈਗਾ ਵਾਈਲਡਰਨੈਸ ਏਰੀਆਜ਼। ਸੋ ਵਾਈਲਡ ਏਰੀਆ ਨੇ ਕਾਫੀ, ਇੱਥੇ ਜੰਗਲੀ ਏਰੀਆ ਨੇ, ਸੋ ਉਸ ਕਰਕੇ ਇਹ ਤੰਜਾਨੀਆ ਫੇਮਸ ਹੈ। ਅਫਰੀਕਾ ਦੇ ਵਿੱਚ ਪੈਂਦਾ ਜੀ ਇਹ, ਈਸਟ ਅਫਰੀਕਨ ਕੰਟਰੀ ਹੈ। ਔਰ ਤੰਜਾਨੀਆ ਦੀ ਕੈਪੀਟਲ ਹੈਗੀ ਡੋਡੋਮਾ, ਠੀਕ ਹੈ, ਡੋਡੋਮਾ ਇਹ ਹੈਗੀ ਹੈ ਤੰਜਾਨੀਆ ਦੀ ਕੈਪੀਟਲ। ਔਰ ਇੱਥੇ ਜਿਹੜੀ ਨੈਸ਼ਨਲ ਲੈਂਗੁਏਜ ਹੈ ਉਹ ਹੈਗੀ ਹੈ ਸਵਾਹਿਲੀ ਇੱਥੋਂ ਦੀ ਨੈਸ਼ਨਲ ਲੈਂਗੁਏਜ ਹੈ ਤੰਜਾਨੀਆ ਦੀ। ਔਰ ਇੱਥੇ ਕਰੰਸੀ ਚੱਲਦੀ ਹੈ ਸ਼ਿਲਿੰਗ ਤੰਜਾਨੀਅਨ ਸ਼ਿਲਿੰਗ, ਇਹ ਹੈਗੀ ਹੈ ਕਰੰਸੀ। ਔਰ ਜਿਹੜੇ ਨਵੇਂ ਪ੍ਰੈਜ਼ੀਡੈਂਟ ਬਣੇ ਉਹਨਾਂ ਦਾ ਨਾਮ ਹੈ ਜੀ ਜੌਨ ਮਗੂਫਲੀ, ਠੀਕ ਹੈ ਜੀ। ਸੋ ਵਰਲਡ ਮੈਪ ਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣਾ ਤੰਜਾਨੀਆ ਕਿੱਥੇ ਜਿਹਾ। ਸੋ ਇਹ ਦੇਖ ਸਕਦੇ ਹੋ ਜੀ, ਇਹ ਹੈਗਾ ਤੰਜਾਨੀਆ। ਸੋ ਦੇ ਨੈਕਸਟ ਕੁਐਸਚਨ ਹੈਗਾ ਜੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਇਜ਼ ਟੂ ਇਸ਼ੂ ਫੋਰਕਾਸਟ ਫॉर द आउटब्रेक ऑफ विच डिसीज़, ठीक है। सो ਜਿਹੜਾ ਸਾਡਾ ਇਹ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਹੈ, ਸੋ ਉਸਨੇ ਕੀ ਫੋਰਕਾਸਟ ਕੀਤਾ ਇੱਕ ਕਿਹੜੀ ਡਿਸੀਜ਼ ਦੇ ਉੱਪਰ, ਠੀਕ ਹੈ। ਸੋ ਦੇਖੋ ਇੱਥੇ 4 ਆਪਸ਼ਨ ਦਿੱਤੀਆਂ, ਮਲੇਰੀਆ, ਡੇਂਗੂ, ਕੋਵਿਡ-19, ਚਿਕਨਗੁਨੀਆ, ਠੀਕ ਹੈ ਜੀ। ਸੋ ਦੇਖੋ ਜੀ ਕਾਫੀ ਸਟੂਡੈਂਟਸ ਇੱਥੇ ਕੋਵਿਡ-19 ਲਾ ਕੇ ਆਉਣਗੇ, ਠੀਕ ਹੈ, ਕਿਉਂਕਿ 2020 ਦੇ ਵਿੱਚ ਸਭ ਤੋਂ ਵੱਧ ਜਿਹੜੀ ਬਿਮਾਰੀ ਚੱਲਦੀ ਰਹੀ ਹੈ ਕੋਵਿਡ-19। ਸੋ ਤੁਹਾਡਾ ਆਨਸਰ ਕੀ ਹੈ, ਗਲਤ ਹੋ ਜਾਏਗਾ। ਸੋ ਇਸ ਨੂੰ ਤੁਸੀਂ ਧਿਆਨ ਨਾਲ ਦੇਖਣਾ ਹੈ, ਠੀਕ ਹੈ ਜੀ। ਸੋ ਸਾਡਾ ਜਿਹੜਾ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਹੈ, ਸੋ ਉਸਨੇ ਜਿਹੜੀ ਫੋਰਕਾਸਟ ਕੀਤੀ ਹੈ ਕਿਹੜੀ ਡਿਸੀਜ਼ ਦੇ ਉੱਪਰ ਰਿਪੋਰਟ ਜਿਹੜੀ ਕੀ ਹੈ ਫੋਰਕਾਸਟ ਕੀਤੀ ਹੈ, ਇਹ ਕੀਤੀ ਹੈ ਜੀ ਮਲੇਰੀਆ ਦੇ ਉੱਪਰ, ਠੀਕ ਹੈ ਜੀ। ਕਾਹਦੇ ਉੱਪਰ ਫੋਰਕਾਸਟ ਕੀਤੀ ਹੈ, ਮਲੇਰੀਆ। ਸੋ ਇਸ ਤਰ੍ਹਾਂ ਜਾਣ ਕੇ ਜਿਹੜਾ ਐਗਜ਼ਾਮੀਨਰ ਹੈ ਕੁਐਸਚਨ ਇਸ ਤਰ੍ਹਾਂ ਹੀ ਬਣਾਉਂਦਾ ਹੈ ਕਿ ਦੇਖੋ ਹੁਣ ਕੋਵਿਡ-19 ਚੱਲ ਰਿਹਾ ਤਾਂ ਬੱਚੇ ਕੀ ਹੈ ਅੱਖਾਂ ਵਿੱਚ ਕੇ ਕੋਵਿਡ-19 ਲਾ ਦੇਣਗੇ, ਠੀਕ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਤੁਸੀਂ ਇਹਨੂੰ ਡਿਟੇਲ 'ਚ ਪੜ੍ਹਿਆ ਕਰੋ, ਕੋਈ ਵੀ ਕੁਐਸਚਨ ਹੁੰਦਾ, ਠੀਕ ਹੈ ਜੀ। ਸੋ ਚਾਰੇ ਆਪਸ਼ਨ ਨੂੰ ਧਿਆਨ ਨਾਲ ਦੇਖ ਲਿਆ ਕਰੋ। ਸੋ ਜਿਹੜਾ ਸਾਡਾ ਇਹ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਹੈ, ਸੋ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦਾ, ਠੀਕ ਹੈ, ਇਹ ਆਉਂਦਾ ਜੀ ਮਿਨਿਸਟਰੀ ਆਫ ਅਰਥ ਸਾਇੰਸ ਦੇ ਅੰਡਰ, ਠੀਕ ਹੈ। ਸੋ ਜਿਹੜੀ ਸਾਡੀ ਮਿਨਿਸਟਰੀ ਆਫ ਅਰਥ ਸਾਇੰਸ ਹੈ ਉਸੇ ਦੀ ਏਜੰਸੀ ਹੈ ਇਹ, ਠੀਕ ਹੈ ਜੀ। ਸੋ ਮੇਨ ਕੰਮ ਕੀ ਹੈ ਇਸਦਾ, ਸੋ ਇਸਦਾ ਮੇਨ ਕੰਮ ਕੀ ਹੈ, ਕਾਹਦੇ ਵਾਸਤੇ ਰਿਸਪੋਂਸੀਬਲ ਹੈ, ਇਟ ਇਜ਼ ਰਿਸਪੋਂਸੀਬਲ ਫॉर ਮੈਟਰੋਲੋਜੀਕਲ ਆਬਜ਼ਰਵੇਸ਼ਨਸ, ਵੈਦਰ ਫੋਰਕਾਸਟਿੰਗ ਐਂਡ ਸਿਸਮੋਲੋਜੀ, ਠੀਕ ਹੈ। ਸੋ ਜਿੰਨੇ ਵੀ ਸਾਡੇ ਕੋਈ ਵੈਦਰ ਦੀ ਫੋਰਕਾਸਟਿੰਗ ਕੀਤੀ ਜਾਂਦੀ ਹੈ, ਸੋ ਮੌਸਮ ਦੇ ਉੱਪਰ ਕੋਈ ਵੀ ਨਿਰੀਖਣ ਕੀਤਾ ਜਾਂਦਾ ਹੈ ਜਾਂ ਉਹਦੀ ਫੋਰਕਾਸਟਿੰਗ ਕੀਤੀ ਜਾਂਦੀ ਹੈ, ਇਹ ਸਾਰੀ ਜਿਹੜੀ ਸਾਨੂੰ ਆਉਂਦੀ ਹੈ, ਜਿਹੜਾ ਅਸੀਂ ਦੇਖਦੇ ਹਾਂ ਕਿ ਕੱਲ੍ਹ ਨੂੰ ਵਰਸ਼ਾ ਕਿੰਨੀ ਪਏਗੀ, ਸੋ ਬਾਰਿਸ਼ ਕਿੰਨੀ ਹੋਏਗੀ, ਸੋ ਕਿਸ ਤਰ੍ਹਾਂ ਦਾ ਮੌਸਮ ਹੋਏਗਾ, ਵੈਦਰ ਦੀ ਫੋਰਕਾਸਟਿੰਗ ਇਹੀ ਸਾਨੂੰ ਡਿਪਾਰਟਮੈਂਟ ਦਿੰਦਾ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ, ਠੀਕ ਹੈ। ਔਰ ਇੱਥੇ ਦਿੱਤਾ ਹੈ ਸਿਸਮੋਲੋਜੀ ਕੀ ਹੁੰਦਾ, ਭੂਚਾਲ ਵਗੈਰਾ ਆਉਣ ਦੀ ਰਿਪੋਰਟ, ਠੀਕ ਹੈ। ਸੋ ਇਹ ਪਹਿਲਾਂ ਹੀ ਚੈੱਕ ਕਰਦੇ ਰਹਿੰਦੇ ਆ ਕਿ ਕੋਈ ਭੂਚਾਲ ਵਗੈਰਾ ਤਾਂ ਨਹੀਂ ਆਉਣ ਵਾਲਾ, ਠੀਕ ਹੈ। ਸੋ ਉਸ ਚੀਜ਼ ਨੂੰ ਬੋਲਦੇ ਜੀ ਸਿਸਮੋਲੋਜੀ। ਸੋ ਜਿਹੜਾ ਇਹ ਡਿਪਾਰਟਮੈਂਟ ਹੈ, ਸੋ ਇਸ ਨੂੰ ਫਾਊਂਡ ਕਿਹਨੇ ਕੀਤਾ, ਫਾਊਂਡਰ ਕੌਣ ਹੈ, ਸਾਡੀ ਗੌਰਮੈਂਟ ਆਫ ਇੰਡੀਆ। ਕਦੋਂ ਤੋਂ ਬਣਿਆ ਹੋਇਆ, 1875 ਦਾ ਬਣਿਆ ਜੀ ਇਹ ਡਿਪਾਰਟਮੈਂਟ। ਔਰ ਇਸ ਦਾ ਹੈੱਡਕੁਆਟਰ ਹੈਗਾ ਜੀ ਨਿਊ ਦਿੱਲੀ ਦੇ ਵਿੱਚ, ਠੀਕ ਹੈ ਜੀ। ਕਿੱਥੇ ਇਹਦਾ ਹੈੱਡਕੁਆਟਰ, ਨਿਊ ਦਿੱਲੀ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਔਰ ਇਸ ਦੀ ਪੇਰੈਂਟ ਕੰਪਨੀ ਹੈਗੀ ਹੈ ਮਿਨਿਸਟਰੀ ਆਫ ਅਰਥ ਸਾਇੰਸ। ਸੋ ਮਿਨਿਸਟਰੀ ਆਫ ਅਰਥ ਸਾਇੰਸ ਦੇ ਮਿਨਿਸਟਰ ਕੌਣ ਨੇ, ਡਾਕਟਰ ਹਰਸ਼ਵਰਧਨ, ਠੀਕ ਹੈ ਜੀ। ਡਾਕਟਰ ਹਰਸ਼ਵਰਧਨ ਹੈਗੇ ਸਾਡੇ ਅਰਥ ਸਾਇੰਸ ਮਿਨਿਸਟਰੀ ਦੇ ਮਿਨਿਸਟਰ, ਠੀਕ ਹੈ ਜੀ। ਸੋ ਸਾਡੇ ਕੈਬਨਿਟ ਮਿਨਿਸਟਰ ਨੇ। ਸੋ ਇਹਨਾਂ ਕੋਲ ਹੈਗੇ ਨੇ ਜੀ 3 ਡਿਪਾਰਟਮੈਂਟ। ਸੋ ਇਕੱਲਾ ਇਹੀ ਨਹੀਂ ਹੈਗਾ ਅਰਥ ਸਾਇੰਸ ਵਾਲਾ, ਸੋ 3 ਡਿਪਾਰਟਮੈਂਟ ਨੇ। ਸੋ ਪਹਿਲਾਂ ਕੀ ਹੈਗਾ ਜੀ, ਸਭ ਤੋਂ ਪਹਿਲਾਂ ਹੈਗਾ ਇਹਨਾਂ ਕੋਲ ਡਾਕਟਰ ਹਰਸ਼ਵਰਧਨ ਕੋਲੇ ਹੈਲਥ ਐਂਡ ਫੈਮਿਲੀ ਵੈਲਫੇਅਰ, ਠੀਕ ਹੈ ਜੀ। ਸੋ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ। ਸੈਕਿੰਡ ਡਿਪਾਰਟਮੈਂਟ ਹੈਗਾ ਇਹਨਾਂ ਕੋਲ ਸਾਇੰਸ ਐਂਡ ਟੈਕਨੋਲੋਜੀ। ਐਂਡ ਥਰਡ ਇਹਨਾਂ ਕੋਲ ਹੈਗਾ ਜੀ ਅਰਥ ਸਾਇੰਸ, ਜਿਸ ਦੀ ਆਪਾਂ ਗੱਲ ਕਰ ਰਹੇ ਸੀ। ਸੋ ਡਾਕਟਰ ਹਰਸ਼ਵਰਧਨ ਕੋਲ ਇਹ 3 ਡਿਪਾਰਟਮੈਂਟ ਨੇ। ਉਹ ਸੋ ਕਈ ਵਾਰੀ ਸਾਨੂੰ ਇਸ ਤਰ੍ਹਾਂ ਹੀ ਪੁੱਛ ਰਹੇ ਸਾਡੇ ਹੈਲਥ ਮਿਨਿਸਟਰ ਕੌਣ ਨੇ, ਤਾਂ ਸਾਡੇ ਹੈਲਥ ਮਿਨਿਸਟਰ ਕੌਣ ਨੇ, ਡਾਕਟਰ ਹਰਸ਼ਵਰਧਨ, ਠੀਕ ਹੈ। ਅਗਰ ਇਸ ਤਰ੍ਹਾਂ ਪੁੱਛ ਲਿਆ ਫੈਮਿਲੀ ਵੈਲਫੇਅਰ ਮਿਨਿਸਟਰ ਕੌਣ ਨੇ, ਇਹ ਵੀ ਹੈਗਾ ਡਾਕਟਰ ਹਰਸ਼ਵਰਧਨ। ਸਾਇੰਸ ਐਂਡ ਟੈਕਨੋਲੋਜੀ ਦੇ ਮਿਨਿਸਟਰ ਕੌਣ ਨੇ, ਡਾਕਟਰ ਹਰਸ਼ਵਰਧਨ। ਔਰ ਅਰਥ ਸਾਇੰਸ ਦੇ ਕੌਣ ਨੇ, ਡਾਕਟਰ ਹਰਸ਼ਵਰਧਨ। ਸੋ ਦੇਖਦੇ ਨੈਕਸਟ ਕੁਐਸਚਨ ਹੈਗਾ ਜੀ ਹੂ ਹੈਜ਼ ਬੀਨ ਇਲੈਕਟਡ ਐਜ਼ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ, ਠੀਕ ਹੈ। ਅਮਰੀਕਾ ਦੇ ਪ੍ਰੈਜ਼ੀਡੈਂਟ ਸਾਰਿਆਂ ਨੂੰ ਪਤਾ ਜੀ ਜੋ ਬਿਡਨ ਨੇ, ਪਰ ਕੁਐਸਚਨ ਹੈਗਾ ਜੀ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ। ਸੋ ਉਹ ਕੌਣ ਹੈ ਜੀ, ਉਹ ਹੈ ਕਮਲਾ ਹੈਰਿਸ, ਠੀਕ ਹੈ ਜੀ। ਕਮਲਾ ਹੈਰਿਸ ਹੈਗੀ ਹੈ ਇਹ ਵਾਈਸ ਪ੍ਰੈਜ਼ੀਡੈਂਟ ਆਫ
ਅਮਰੀਕਾ, ਠੀਕ ਹੈ ਜੀ। ਸੋ ਜੋ ਬਿਡਨ ਨੇ ਜਿਹੜੇ ਜੋ ਬਿਡਨ ਦੀ ਪਾਰਟੀ ਕਿਹੜੀ ਹੈ, ਡੈਮੋਕ੍ਰੈਟਿਕ ਪਾਰਟੀ ਹੈ। ਸੋ ਜੋ ਬਿਡਨ ਡੈਮੋਕ੍ਰੈਟਿਕ ਪਾਰਟੀ ਹੈਜ਼ ਬੀਨ ਇਲੈਕਟਡ 46 ਪ੍ਰੈਜ਼ੀਡੈਂਟ ਆਫ ਅਮਰੀਕਾ, ਠੀਕ ਹੈ। ਸੋ ਅਮਰੀਕਾ ਦੇ ਕਿੰਨਵੇਂ ਪ੍ਰੈਜ਼ੀਡੈਂਟ ਨੇ, 46ਵੇਂ ਪ੍ਰੈਜ਼ੀਡੈਂਟ ਨੇ, ਠੀਕ ਹੈ ਜੀ। ਸੋ ਲਾਸਟ ਟਾਈਮ ਮੈਂ ਕੁਐਸਚਨ ਵੀ ਪੁੱਛਿਆ ਸੀ, ਕਾਫੀ ਜਿਹੜੇ ਸਟੂਡੈਂਟਸ ਨੇ ਕਮੈਂਟ ਕੀਤਾ ਸੀ, ਉਹਦੇ ਵਿੱਚ ਸਪੈਸ਼ਲੀ ਮੈਂਸ਼ਨ ਕੀਤਾ ਸੀ ਉਹਨਾਂ ਨੇ ਕਿ ਇਹ 46 ਪ੍ਰੈਜ਼ੀਡੈਂਟ ਨੇ, ਠੀਕ ਹੈ। ਸੋ ਇਹ ਵੀ ਕੁਐਸਚਨ ਇੰਪੋਰਟੈਂਟ ਹੁੰਦਾ ਕਿ ਕਿੰਨੇਵੇਂ ਪ੍ਰੈਜ਼ੀਡੈਂਟ ਨੇ, ਠੀਕ ਹੈ। ਸੋ ਅਮਰੀਕਾ ਦੇ ਬਣੇ ਨੇ ਜੀ ਇਹ 46ਵੇਂ ਪ੍ਰੈਜ਼ੀਡੈਂਟ। ਸੋ ਹਰੇਕ ਕੰਟਰੀ ਦੇ ਨਹੀਂ ਤੁਸੀਂ ਯਾਦ ਕਰ ਸਕਦੇ ਕਿ ਕਿੰਨੇਵੇਂ ਪ੍ਰੈਜ਼ੀਡੈਂਟ ਬਣੇ। ਸੋ ਇਹ ਕੁਝ ਮੇਨ ਕੰਟਰੀਜ਼ ਹੁੰਦੀਆਂ, ਜਿਵੇਂ ਅਮਰੀਕਾ ਕੀ ਮੇਨ ਕੰਟਰੀ ਹੈ, ਠੀਕ ਹੈ। ਸੋ ਇਸ ਦੇ 46ਵੇਂ ਪ੍ਰੈਜ਼ੀਡੈਂਟ ਬਣੇ ਆ। ਸੋ ਜੋ ਬਿਡਨ ਬਣੇ ਨੇ, ਔਰ ਵਾਈਸ ਪ੍ਰੈਜ਼ੀਡੈਂਟ ਕੌਣ ਹੈ ਜੀ, ਕਮਲਾ ਹੈਰਿਸ। ਔਰ ਜੋ ਬਿਡਨ ਦੀ ਪਾਰਟੀ ਕਿਹੜੀ ਹੈ, ਡੈਮੋਕ੍ਰੈਟਿਕ ਪਾਰਟੀ, ਠੀਕ ਹੈ ਜੀ। ਕਿਹੜੀ ਪਾਰਟੀ ਹੈ ਇਸਦੀ, ਡੈਮੋਕ੍ਰੈਟਿਕ ਪਾਰਟੀ। ਸੋ ਅਮਰੀਕਾ ਦੀ ਗੱਲ ਹੋ ਰਹੀ ਹੈ ਜੀ। ਅਮਰੀਕਾ ਦੀ ਕੈਪੀਟਲ ਕੀ ਹੈ, ਅਮਰੀਕਾ ਦੀ ਕੈਪੀਟਲ ਹੈਗੀ ਆ ਵਾਸ਼ਿੰਗਟਨ DC। ਔਰ ਇੱਥੇ ਡਾਇਲਿੰਗ ਕੋਡ ਹੈ ਜੀ +91, ਠੀਕ ਹੈ। ਸੋ ਜਿਸ ਤਰ੍ਹਾਂ ਸਾਡੇ ਇੰਡੀਆ ਦੇ ਵਿੱਚ ਡਾਇਲਿੰਗ ਕੋਡ ਹੈਗਾ ਜੀ +91। ਸੋ ਕੋਈ ਵੀ ਮੋਬਾਈਲ ਨੰਬਰ ਡਾਇਲ ਕਰਦੇ ਹਾਂ ਤੁਹਾਨੂੰ ਕੋਈ +91 ਲਿਖਣਾ ਪੈਂਦਾ ਹੈ, ਪਰ ਕੀ ਇਹ ਤੁਹਾਡਾ ਮੋਬਾਈਲ ਕਿ ਆਟੋਮੈਟਿਕ ਹੀ ਚੱਕ ਲੈਂਦਾ ਇੰਡੀਆ ਦਾ ਕੋਡ, ਠੀਕ ਹੈ। ਵੈਸੇ ਸਾਡੇ ਇੰਡੀਆ ਦਾ ਕੋਡ ਹੈਗਾ ਜੀ +91 ਡਾਇਲਿੰਗ ਕੋਡ, ਕੋਈ ਜੋ ਫੋਨ ਨੰਬਰ ਵਗੈਰਾ ਡਾਇਲ ਕਰਦੇ ਹਾਂ। ਸੋ ਇਸ ਤਰ੍ਹਾਂ ਅਮਰੀਕਾ ਦਾ ਕੀ ਹੈ ਜੀ +1, ਠੀਕ ਹੈ ਜੀ। ਕਿੰਨਾ VIP ਨੰਬਰ ਹੈ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਸੋ ਅਮਰੀਕਾ ਦਾ ਡਾਇਲਿੰਗ ਕੋਡ ਹੈਗਾ ਜੀ +1। ਪ੍ਰੈਜ਼ੀਡੈਂਟ ਤੁਹਾਨੂੰ ਮੈਂ ਦੱਸ ਚੁੱਕਿਆ ਜੀ ਜੋ ਬਿਡਨ। ਔਰ ਇੱਥੋਂ ਦੀ ਪੋਪੂਲੇਸ਼ਨ ਕਿੰਨੀ ਹੈ, ਠੀਕ ਹੈ ਜੀ। ਇੱਥੋਂ ਦੀ ਪੋਪੂਲੇਸ਼ਨ ਹੈਗੀ ਜੀ 32.82 ਕਰੋੜ। ਸੋ 2019 ਦੀ ਗੱਲ ਕਰ ਰਹੇ ਹਾਂ, 2020 'ਚ ਤਾਂ ਹੋਰ ਵੀ ਵੱਧ ਗਏ ਹੋਣਗੇ, ਠੀਕ ਹੈ। 32.82 ਕਰੋੜ ਇੰਨੇ ਲੋਕ ਰਹਿੰਦੇ ਨੇ ਅਮਰੀਕਾ ਦੇ ਵਿੱਚ, ਠੀਕ ਹੈ। ਸੋ ਅਮਰੀਕਾ ਤੁਹਾਨੂੰ ਮੈਂ ਵਰਲਡ ਮੈਪ ਦੇ ਵਿੱਚ ਦਿਖਾ ਦੇਣਾ। ਸੋ ਇਹ ਹੈਗਾ ਜੀ ਅਮਰੀਕਾ। ਸੋ ਹੁਣ ਆ ਗਿਆ ਜੀ ਟਾਈਮ ਕੁਐਸਚਨ ਆਫ ਦਾ ਡੇ ਦਾ। ਸੋ ਅੱਜ ਦੇ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ। ਸੋ ਅੱਜ ਦਾ ਜਿਹੜਾ ਕੁਐਸਚਨ ਹੈਗਾ ਜੀ, ਸਾਰਨਾਥ ਲਾਈਟ ਐਂਡ ਸਾਊਂਡ ਸ਼ੋਅ ਹੈਜ਼ ਬੀਨ ਇਨੋਗ੍ਰੇਟਡ ਰੀਸੈਂਟਲੀ ਬਾਈ PM ਇਨ ਵਿਚ ਸਟੇਟ, ਠੀਕ ਹੈ। ਸੋ ਸਾਰਨਾਥ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਚੱਲਿਆ, ਸੋ PM ਨੇ ਲਾਂਚ ਕੀਤਾ ਹੈ। ਸੋ ਇਹ ਕਿੱਥੇ ਲਾਂਚ ਕੀਤਾ, ਕਿਹੜੀ ਸਟੇਟ ਦੇ ਵਿੱਚ ਹੈ, ਠੀਕ ਹੈ। ਸੋ ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ। ਸੋ ਹਰ ਰੋਜ਼ ਸਵੇਰੇ 7 ਵਜੇ ਤੁਹਾਨੂੰ ਇਸ ਤਰ੍ਹਾਂ ਹੀ ਕਰੰਟ ਅਫੇਅਰਸ ਦੀ ਡੇਲੀ ਡੋਜ਼ ਮਿਲ ਜਾਇਆ ਕਰੇਗੀ। ਸੋ ਇਸ ਵੀਡੀਓ ਦਾ ਟਾਰਗੇਟ ਰੱਖਦਾ ਜੀ ਮੈਂ 100 ਲਾਈਕਸ, ਠੀਕ ਹੈ ਜੀ। ਸੋ ਵੀਡੀਓ ਨੂੰ ਬਣਾਉਣ 'ਤੇ ਬਹੁਤ ਮਿਹਨਤ ਲੱਗਦੀ ਹੈ, ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ। ਸੋ 100 ਲਾਈਕਸ ਦਾ ਮੇਰਾ ਟਾਰਗੇਟ ਹੈ, ਇਸ ਨੂੰ ਤੁਸੀਂ ਜ਼ਰੂਰ ਲਾਈਕ ਕਰਨਾ, ਠੀਕ ਹੈ। ਔਰ ਜਿਹੜੇ ਸਟੂਡੈਂਟਸ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਸ ਨੂੰ ਸਬਸਕ੍ਰਾਈਬ ਕਰ ਲਓ। ਉਸ ਦੇ ਨਾਲ ਬੈਲ ਆਈਕਨ ਆ ਰਿਹਾ, ਉਸ ਨੂੰ ਵੀ ਪ੍ਰੈਸ ਕਰ ਦਿਓ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੇ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਔਰ ਅਗਰ ਤੁਹਾਨੂੰ PDF ਵਗੈਰਾ ਚਾਹੀਦੀ ਹੈ ਇਹਨਾਂ ਵੀਡੀਓਜ਼ ਦੀ, ਤਾਂ ਸਾਡਾ ਟੈਲੀਗ੍ਰਾਮ ਦਾ ਗਰੁੱਪ ਜੁਆਇਨ ਕਰ ਲਿਓ। ਸੋ ਉਸ ਦਾ ਕੀ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਸੋ ਉਸ ਉੱਪਰ ਕਲਿੱਕ ਕਰਕੇ ਤੁਸੀਂ ਕਿ ਸਾਡੇ ਟੈਲੀਗ੍ਰਾਮ ਦੇ ਗਰੁੱਪ ਨੂੰ ਜੁਆਇਨ ਕਰ ਲਓ, ਤੁਹਾਨੂੰ ਸਾਰੇ ਜਿਹੜੇ ਵੀਡੀਓਜ਼ ਦੀ PDF ਮਿਲਦੀਆਂ ਰਹਿਣਗੀਆਂ। ਐਂਡ ਯੂ ਆਰ ਵਾਚਿੰਗ ਦਿਸ ਵੀਡੀਓ ਔਨ ਆਵਰ YouTube ਚੈਨਲ GK Fans। ਥੈਂਕ ਯੂ।